ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੰਸਕਾਰ ਤੇ ਵਾਸ਼ਨਾਵਾਂ। ਵਾਸ਼ਨਾਵਾਂ ਮਨ ਦਾ ਤੀਸਰਾ ਵਿਕਾਰ ਹੈ। ਸਾਹ ਲੈਣਾ, ਸੁਣਨਾ, ਦੇਖਣਾ, ਅਨੁਭਵ ਕਰਨਾ ਔਰ ਚਖਣਾ, ਖਾਣਾ, ਸੂੰਘਣਾ ਸਭ ਮਨ ਵਿੱਚ ਸੰਸਕਾਰ ਪੈਦਾ ਕਰਦੇ ਹਨ। ਅਰਥਾਤ ਜੋ ਵੀ ਕਰਮ ਅਸੀਂ ਕਰਦੇ ਹਾਂ ਉਹ ਆਪਣੇ ਪਿੱਛੋਂ ਆਪਣੇ ਨਿਸ਼ਾਨ ਛੱਡ ਜਾਂਦੇ ਹਨ। ਜਿਸ ਤਰ੍ਹਾਂ ਤੁਸੀਂ ਇੱਕ ਵਾਰ ਓਮ ਜਾਂ ਮੈਂ ਬ੍ਰਹਮ ਹਾਂ ਕਹਿੰਦੇ ਹੋ ਤਾਂ ਤੁਹਾਡੇ ਵਿੱਚ ਮੈਂ ਬ੍ਰਹਮ ਹਾਂ ਦੇ ਵਿਚਾਰ ਦਾ ਸੰਸਕਾਰ ਦੇ ਨਿਸ਼ਾਨ ਪੈ ਜਾਂਦਾ ਹੈ। ਬੁਰੇ ਕਰਮ ਦਾ ਚਿੱਤ ਵਿੱਚ ਕਾਲਾ ਨਿਸ਼ਾਨ ਪੈ ਜਾਂਦਾ ਹੈ ਅਤੇ ਚੰਗੇ ਕਰਮ ਦਾ ਚਿੱਤ ਵਿੱਚ ਸਫੈਦ ਨਿਸ਼ਾਨ ਪੈ ਜਾਂਦਾ ਹੈ। ਕਰਮ ਦੇ ਇਹਨਾਂ ਪ੍ਰਭਾਵਾਂ ਨੂੰ ਸੰਸਕਾਰ ਕਹਿੰਦੇ ਹਨ। ਉਹ ਸੰਸਕਾਰ ਬਣ ਜਾਂਦੇ ਨੇ। ਹੁਣ ਗੰਦਗੀ ਰੂੜੀ ਪਈ ਆ, ਉੱਥੇ ਬਦਬੂ ਆ, ਫੋਲਿਆ ਪੁੱਟ ਦਿਓ, ਮਿੱਟੀ 'ਚ ਵੀ ਸੁਗੰਧੀ ਆਊਗੀ। ਹਰ ਚੀਜ਼ ਆਪਣਾ ਪ੍ਰਭਾਵ ਛੱਡ ਜਾਂਦੀ ਹੈ, ਬੁਰੀ ਵੀ ਚੰਗੀ ਵੀ। ਸਾਡੇ ਪਿਛਲੇ ਸਭ ਜਨਮਾਂ ਦੇ ਕਰਮਾਂ ਦੇ ਸੰਸਕਾਰ ਸਾਡੇ ਚਿੱਤ ਵਿੱਚ ਇਕੱਠੇ ਹੁੰਦੇ ਰਹਿੰਦੇ ਹਨ, ਜਿਸ ਨੂੰ ਉਪਚੇਤਨ ਮਨ ਵੀ ਕਹਿੰਦੇ ਹਨ। ਇਸ ਲਈ ਸੰਸਾਰ ਸਾਡੇ ਪਿਛਲੇ ਕਰਮਾਂ ਦਾ ਸੂਖਮ ਰੂਪ ਹੈ। ਅਰਥਾਤ ਇਹ ਸੂਖਮ ਰੂਪ ਵਿੱਚ ਸਾਡੇ ਪਿਛਲੇ ਜਨਮਾਂ ਦੇ ਅਨੁਭਵ ਹੁੰਦੇ ਹਨ ਅਤੇ ਵਰਤਮਾਨ ਜਨਮ ਵਿੱਚ ਇਸ ਪ੍ਰਕਾਰ ਇਸ ਦੇ ਨਾਲ ਨਵੇਂ ਸੰਸਕਾਰ ਇਕੱਠੇ ਹੁੰਦੇ ਰਹਿੰਦੇ ਹਨ। ਇਹਨਾਂ ਸੰਸਕਾਰਾਂ ਦਾ ਸਾਡੇ ਆਗਾਮੀ ਜੀਵਨ ਵਿੱਚ ਕਰਮਾਂ ਦਾ ਰੁਖ ਨਿਸ਼ਚਿਤ ਕਰਨ ਵਿੱਚ ਵੱਡਾ ਹੱਥ ਹੈ। ਸੰਸਕਾਰਾਂ ਨੂੰ ਸਿਮਰਤੀ ਜਾਂ ਮਖਫੀ ਯਾਦ ਸ਼ਕਤ ਵੀ ਕਹਿ ਦਿੰਦੇ ਹਨ, ਯਾਦ ਅਸ਼ਤ ਵੀ ਕਹਿ ਦਿੰਦੇ ਹਨ, ਕਿਉਂਕਿ ਸਾਡੇ ਚਿੱਤ ਵਿੱਚ ਸੁੱਤੀ ਹੋਈ ਅਵਸਥਾ ਵਿੱਚ ਪਏ ਰਹਿੰਦੇ ਹਨ ਅਤੇ ਇਹਨਾਂ ਵਿੱਚ ਸਿਮਰਨ ਸ਼ਕਤੀ ਹੁੰਦੀ ਹੈ ਅਤੇ ਪੁਰਾਣੀ ਗੱਲ ਨੂੰ ਯਾਦ ਕਰਾ ਦਿੰਦੇ ਹਨ। ਇਸ ਲਈ ਜਦੋਂ ਸੰਸਾਰਕ ਭੋਗ ਪਦਾਰਥ ਸਾਡੇ ਸਾਹਮਣੇ ਆਉਂਦੇ ਹਨ ਤਾਂ ਉਹ ਸੰਸਕਾਰਾਂ ਨੂੰ ਜਾਗਰਤ ਕਰ ਦਿੰਦੇ ਹਨ ਅਤੇ ਫਿਰ ਇਹਨਾਂ ਸੰਸਕਾਰਾਂ ਦੇ ਅਨੁਸਾਰ ਅਸੀਂ ਕਰਮ ਕਰਦੇ ਹਾਂ। ਜਿਵੇਂ ਸੁਆਹ 'ਚ ਅੱਗ ਪਈ ਆ, ਥੋੜ੍ਹੇ ਜਿਹੇ ਤੀਲੇ ਰੱਖੋ ਨਾ, ਪ੍ਰਗਟ ਹੋ ਜਾਂਦੀ ਹੈ। ਇਸ ਤਰ੍ਹਾਂ ਜਿਹੜੇ ਸੰਸਕਾਰ ਆ, ਜਦੋਂ ਕੋਈ ਚੀਜ਼ ਸਾਹਮਣੇ ਆਉਂਦੀ ਹੈ ਉਹ ਪ੍ਰਗਟ ਹੋ ਜਾਂਦੇ ਹਨ ਅਤੇ ਫਿਰ ਇਹਨਾਂ ਸੰਸਕਾਰਾਂ ਦੇ ਅਨੁਸਾਰ ਹੀ ਅਸੀਂ ਕਰਮ ਕਰਦੇ ਹਾਂ। ਸੰਸਕਾਰ ਹੀ ਜਾਗਰਤ ਹੋ ਕੇ ਕਰਮ ਦਾ ਰੂਪ ਧਾਰਨ ਕਰ ਲੈਂਦੇ ਹਨ। ਪਹਿਲਾਂ ਤਾਂ ਫੁਰਨਾ ਨਾ, ਉਹ ਫੁਰਨੇ ਮਗਰ ਲਾ ਕੇ ਫਿਰ ਉਹ ਕਰਮ ਬਣ ਜਾਂਦਾ। ਜਿਸ ਤਰ੍ਹਾਂ ਤੁਸੀਂ ਇੱਕ ਮਨੁੱਖ ਨੂੰ ਵਿਪਤਾ ਵਿੱਚ ਦੇਖਦੇ ਹੋ ਤਾਂ ਤੁਹਾਡੇ ਦਿਲ ਵਿੱਚ ਦਇਆ ਆਉਂਦੀ ਹੈ, ਤਾਂ ਤੁਹਾਡੇ ਪਿਛਲੇ ਸਭ ਜਨਮਾਂ ਦੇ ਦਇਆ ਦੇ ਕਰਮਾਂ ਦੇ ਸੰਸਕਾਰ ਜਾਗਰਤ ਹੋ ਜਾਂਦੇ ਹਨ ਅਤੇ ਤੁਹਾਨੂੰ ਉਸ ਵਿਪਤਾ ਦਾ ਫਲ ਮਨੁੱਖ ਦੀ ਸੇਵਾ ਸਹਾਇਤਾ ਕਰਨ ਲਈ ਮਜਬੂਰ ਕਰਦੇ ਹਨ। ਇਸ ਪ੍ਰਕਾਰ ਦੂਸਰੇ ਸ਼ੁਭ ਜਾਂ ਅਸ਼ੁਭ ਕਰਮਾਂ ਦਾ ਹਾਲ ਹੈ। ਇਸ ਪ੍ਰਕਾਰ ਪਿਛਲੇ ਜਨਮਾਂ ਦੇ ਸੰਸਕਾਰ ਹੀ ਸਾਡੇ ਕੋਲੋਂ ਕਰਮ ਕਰਾਉਂਦੇ ਹਨ। ਜਾਣੋ, ਸੰਸਕਾਰ ਰੂਪੀ ਬੀਜ ਨੂੰ ਅਨੁਕੂਲ ਵਾਤਾਵਰਣ ਦਾ ਜਲ ਮਿਲ ਗਿਆ ਅਤੇ ਉਹ ਕਰਮ ਦੇ ਰੂਪ ਵਿੱਚ ਫੁੱਟ ਪਿਆ। ਇਹਨਾਂ ਸੰਸਕਾਰਾਂ ਦੇ ਅਨੁਸਾਰ ਹੀ ਹਰ ਜਨਮ ਵਿੱਚ ਸਾਨੂੰ ਨਵਾਂ ਸਰੀਰ, ਨਵਾਂ ਮਨ ਅਤੇ ਨਵੀਂ ਬੁੱਧੀ ਮਿਲਦੀ ਹੈ। ਇਸ ਲਈ ਉਪਚੇਤਨ ਮਨ 'ਤੇ ਹੀ ਸਾਡੀ ਪ੍ਰਾਰਬਧ ਕਿਸਮ ਦਾ ਆਧਾਰ ਹੈ, ਜੋ ਜਨਮ ਜਨਮਾਂਤਰਾਂ ਦੇ ਅਨੁਭਵਾਂ ਦਾ ਭੰਡਾਰ ਹੈ। ਧਿਆਨ ਯੋਗ ਵਿੱਚ ਵੀ ਅੰਦਰ ਤੋਂ ਹੀ ਵਿਘਨ ਆਉਂਦੇ ਹਨ। ਇਸ ਲਈ ਇੱਕ ਉਪਚੇਤਨ ਮਨ ਹੀ ਤੁਹਾਡਾ ਅਸਲ ਦੁਸ਼ਮਣ ਹੈ। ਜਿਸ ਤਰ੍ਹਾਂ ਧਨ ਨੂੰ ਦੇਖ ਕੇ ਲੋਭੀ ਦੇ ਮਨ ਵਿੱਚ ਤਾਂ ਲੋਭ ਦੇ ਸੰਸਕਾਰ ਜਾਗਰਤ ਹੋ ਜਾਂਦੇ ਹਨ, ਪਰ ਇੱਕ ਤਿਆਗੀ ਸਾਧੂ ਦੇ ਮਨ ਵਿੱਚ ਧਨ ਨੂੰ ਦੇਖ ਕੇ ਲੋਭ ਪੈਦਾ ਨਹੀਂ ਹੁੰਦਾ, ਉਹ ਸੰਤੋਖੀ ਰਹਿੰਦਾ ਹੈ। ਜਿਸ ਪ੍ਰਕਾਰ ਮਨੁੱਖ ਕੋਈ ਕੰਮ ਕਰਦਾ ਹੋਵੇ
ਅਤੇ ਨੀਂਦ ਆ ਜਾਣ 'ਤੇ ਉਹ ਕੰਮ ਛੱਡ ਕੇ ਸੌ ਜਾਂਦਾ ਹੈ ਅਤੇ ਜਾਗਣ 'ਤੇ ਫਿਰ ਜਿੱਥੇ ਕੰਮ ਛੱਡਿਆ ਸੀ ਉੱਥੋਂ ਹੀ ਕਰਨਾ ਆਰੰਭ ਕਰ ਦਿੰਦਾ ਹੈ। ਜਿਸ ਤਰ੍ਹਾਂ ਮੁਰਗੀ ਦੇ ਬੱਚੇ ਪੈਦਾ ਹੋਣ 'ਤੇ ਬਾਅਦ ਦਾਣਾ ਚੁਗਦੇ ਹਨ, ਪਰ ਬੱਤਖ ਦੇ ਬੱਚੇ ਪਾਣੀ ਦੇ ਵੱਲ ਨੂੰ ਦੌੜਦੇ ਹਨ। ਇਸ ਲਈ ਅਨੁਭਵ ਹੀ ਸਿੱਖਣ ਦਾ ਇੱਕ ਮਾਤਰ ਸਾਧਨ ਨਹੀਂ, ਬਲਕਿ ਪਿਛਲੇ ਜਨਮਾਂ ਦੇ ਸੰਸਕਾਰ ਹੀ ਬਹੁਤ ਮਹੱਤਵ ਰੱਖਦੇ ਹਨ। ਵਾਸ਼ਨਾ ਕਹਿੰਦੇ ਹਨ ਸੂਖਮ ਇੱਛਾ ਨੂੰ। ਜਿਸ ਤਰ੍ਹਾਂ ਫੁੱਲ ਦਾ ਰੁੱਖ ਬੀਜ ਵਿੱਚ ਲੁਕਿਆ ਹੁੰਦਾ ਹੈ, ਇਸ ਪ੍ਰਕਾਰ ਵਾਸ਼ਨਾ ਸੂਖਮ ਸਰੀਰ ਰੂਪੀ ਬੀਜ ਵਿੱਚ ਲੁਕੀਆਂ ਰਹਿੰਦੀਆਂ ਹਨ। ਇਸ ਲਈ ਵਾਸ਼ਨਾ ਨੂੰ ਮਖਫੀ ਇੱਛਾ ਵੀ ਕਹਿੰਦੇ ਹਨ। ਇਹ ਸੂਖਮ ਸਰੀਰ ਵਿੱਚ ਮਖਫੀ ਇੱਛਾ ਦਾ ਸਰੂਪ ਧਾਰਨ ਕਰਕੇ ਰਹਿੰਦੀ ਹੈ। ਵਾਸ਼ਨਾ ਦਾ ਘਰ ਹੈ ਚਿੱਤ। ਵਾਸ਼ਨਾ ਦਾ ਅਰਥ ਹੈ ਜੋ ਬਸ ਜਾਵੇ। ਇਸ ਲਈ ਬੂ ਨੂੰ ਬਾਸ ਕਹਿੰਦੇ ਹਨ। ਕਹਿੰਦੇ ਬੋ ਆਉਂਦੀ ਨਾ ਵਾਸ਼ਨਾ, ਕਿਉਂਕਿ ਉਹ ਬਸ ਜਾਂਦੀ ਹੈ ਅਤੇ ਫੁੱਲ ਵਿੱਚ ਸੁਗੰਧੀ ਬਣ ਕੇ ਰਹਿੰਦੀ ਹੈ। ਕਿਸੇ ਸਥਾਨ 'ਤੇ ਫੁੱਲ ਰੱਖ ਦਿਓ, ਫਿਰ ਫੁੱਲ ਉੱਥੋਂ ਹਟਾ ਲਵੋ। ਫੁੱਲ ਤਾਂ ਨਹੀਂ ਰਹੇ, ਪਰ ਆਪਣੀ ਵਾਸ਼ਨਾ ਉੱਥੇ ਛੱਡ ਗਏ। ਇਸ ਤਰ੍ਹਾਂ ਚੰਗਾ ਕਰਮ ਕਰੇ ਤਾਂ ਇੱਕ ਸਫੈਦੀ ਜਿਹੀ ਕਰਮ ਦੇ ਬਾਅਦ ਰਹਿ ਜਾਂਦੀ ਹੈ, ਜਿਸ ਨੂੰ ਅਸੀਂ ਪੁੰਨ ਕਹਿੰਦੇ ਹਾਂ। ਬੁਰਾ ਕਰਮ ਕਰੀਏ, ਇੱਕ ਸਿਆਹੀ ਜਿਹੀ ਰਹਿ ਜਾਂਦੀ ਹੈ, ਕਾਲਕ, ਉਹਨੂੰ ਪਾਪ ਕਹਿੰਦੇ ਹਨ। ਇਸ ਲਈ ਦੋਨੋਂ ਪੁੰਨ ਅਤੇ ਪਾਪ ਵਾਸ਼ਨਾ ਬਣ ਕੇ ਚਿੱਤ ਵਿੱਚ ਰਹਿੰਦੇ ਹਨ। ਇਸ ਪ੍ਰਕਾਰ ਜੋ ਵੀ ਚੰਗਾ ਜਾਂ ਬੁਰਾ ਕਰਮ ਅਸੀਂ ਕਰਦੇ ਹਾਂ, ਉਸ ਦਾ ਫਲ ਜ਼ਰੂਰ ਮਿਲਦਾ ਹੈ। ਜਿਸ ਵਾਸ਼ਨਾ ਨਾਲ ਕਰਮ ਕੀਤਾ ਜਾਵੇ, ਉਸ ਪ੍ਰਕਾਰ ਦਾ ਹੀ ਫਲ ਮਿਲਦਾ ਹੈ। ਪਰ ਕਰਮ ਦਾ ਫਲ ਮਿਲਣ ਤੋਂ ਬਾਅਦ ਇਹ ਕਰਮ ਸਮਾਪਤ ਨਹੀਂ ਹੁੰਦਾ, ਉਸ ਦੀ ਵਾਸ਼ਨਾ ਬਾਕੀ ਰਹਿ ਜਾਂਦੀ ਹੈ। ਇਸ ਲਈ ਸਮਝੋ ਕਿ ਕਰਮ ਇੱਕ ਫੁੱਲ ਹੈ, ਕਰਮ ਦਾ ਫਲ ਇਸ ਦੀ ਸੁਗੰਧੀ ਹੈ। ਫੁੱਲ ਅਤੇ ਸੁਗੰਧੀ ਨੂੰ ਉਠਾ ਲੈਣ ਤੋਂ ਬਾਅਦ ਵੀ ਜੋ ਵਸਤੂ ਰਹਿ ਜਾਂਦੀ ਹੈ ਉਹ ਵਾਸ਼ਨਾ ਹੈ। ਇਸ ਪ੍ਰਕਾਰ ਕਰਮ ਅਤੇ ਕਰਮ ਦਾ ਫਲ ਦੋਨਾਂ ਦੇ ਕਾਰਨ ਚਿੱਤ ਵਿੱਚ ਇੱਕ ਰੇਖਾ ਜਿਹੀ ਪੈ ਜਾਂਦੀ ਹੈ, ਜਿਸ ਨੂੰ ਵਾਸ਼ਨਾ ਕਹਿੰਦੇ ਹਨ। ਉਸ ਰੇਖਾ ਦੇ ਕਾਰਨ ਇਸ ਦੀ ਪ੍ਰੇਰਨਾ ਨਾਲ ਮਨੁੱਖ ਵਿੱਚ ਉਹੀ ਕਰਮ ਨੂੰ ਕਰਨਾ ਚਾਹੁੰਦਾ ਹੈ। ਇਹ ਚਾਹੁਣ ਦੀ ਹੀ ਵਾਸ਼ਨਾ ਹੈ। ਇਸ ਵਾਸ਼ਨਾ ਦੇ ਕਾਰਨ ਹੀ ਮਨੁੱਖ ਫਿਰ ਉਸ ਕਰਮ ਨੂੰ ਕਰਦਾ ਹੈ ਅਤੇ ਫਿਰ ਫਲ ਨੂੰ ਪਾਉਂਦਾ ਹੈ, ਅਤੇ ਰੇਖਾ ਪਹਿਲਾਂ ਨਾਲੋਂ ਵੀ ਗਹਿਰੀ ਹੋ ਜਾਂਦੀ ਹੈ ਅਤੇ ਵਾਸ਼ਨਾ ਹੋਰ ਵੀ ਪ੍ਰਬਲ ਹੋ ਜਾਂਦੀ ਹੈ। ਕਿਉਂਕਿ ਮਨੂ ਜੀ ਨੇ ਕਹਿਣਾ ਜਾਤੀ ਸੁਭਾਅ ਨਾ ਪਰਮੁੱਚਤੇ, ਕਿਸੇ ਦੀ ਜਾਤ ਦਾ ਜਿਹੜਾ ਸੁਭਾਅ ਜਾਂਦਾ ਨਹੀਂ। ਕੁੱਤੇ ਨੂੰ ਜਿੰਨਾ ਵੀ ਮਰਜ਼ੀ ਸਿੱਖਿਆ ਦੇ ਲਓ, ਸੂਰ ਨੂੰ ਉਹਨੇ ਗੰਦ ਵੱਲ ਜਾਣਾ ਹੀ ਆ। ਇਸ ਤਰ੍ਹਾਂ ਹੀ ਜਿਹੋ ਜਿਹੀ ਕਿਸੇ ਦੀ ਨੇਚਰ ਆ, ਉਹ ਮੁੜ ਕੇ ਉੱਧਰ ਨੂੰ ਹੀ ਜਾਂਦਾ। ਮਹਾਰਾਜ ਕਿਰਪਾ ਕਰਦੇ, ਗੱਲ ਵੱਖਰੀ ਆ, ਨਹੀਂ ਤਾਂ ਹੈ। ਹੁਣ ਦੇਖੋ ਮਾਤਾ ਅਜੀਤ ਕੌਰ ਨੂੰ ਮਹਾਰਾਜ ਨੇ ਬਹੁਤ ਸਮਝਾਇਆ ਸੀ ਕਿ ਉਹ ਸੁਨਿਆਰੇ ਦਾ ਲੜਕਾ ਲਿਆ ਸੀ, ਉਹਦਾ ਨਾਮ ਵੀ ਅਜੀਤ ਸਿੰਘ ਰੱਖਿਆ ਸਾਹਿਬਜ਼ਾਦੇ ਦੇ ਨਾਂ 'ਤੇ। ਕਿੰਨਾ ਪਾਲਿਆ ਪੋਸਿਆ, ਕਿੰਨੇ ਸੁੱਖ ਸਾਧਨ ਦਿੱਤੇ। ਫਿਰ ਉਹ ਮਹਾਰਾਜ ਦੇ ਸ਼ਾਸਤਰਾਂ ਨੂੰ 6ਵੇਂ ਪਾਤਸ਼ਾਹ ਦੇ ਪਹਿਨਣਾ ਚਾਹੁੰਦਾ ਸੀ। ਮਾਤਾ ਜੀ ਨੇ ਰੋਕਿਆ ਕਿ ਮਾਤਾ ਜੀ ਨੂੰ ਕਟਾਰ ਲੈ ਕੇ ਪੈ ਗਿਆ ਸੀ ਕਿ ਤੂੰ ਮੈਨੂੰ ਰੋਕਦੀ ਆ। ਫਿਰ ਸਿੱਖਾਂ ਨੇ ਉਹਨੂੰ ਸਮਝਾਇਆ ਬੁਝਾਇਆ, ਫਿਰ ਨਹੀਂ ਹਟਿਆ। ਫਿਰ ਦੇਖ ਲਓ 60-70 ਸਿਪਾਹੀ ਰੱਖ ਲੈ। ਫਿਰ ਉਹ ਜਿਹੜੇ ਉਹਦੇ ਚੇਲੇ ਚੱਲ ਰਹੇ ਸੀ, ਗੁਰੂ ਮਹਾਰਾਜ ਆ ਗਿਆ, ਦੇਖੋ ਜੀ ਆਹ ਮਸੀਤ ਜਿਹੜੀ ਹੈ ਸਾਡੇ ਗੁਰੂ ਨੂੰ ਮੱਥਾ ਟੇਕਦੀ। ਅਤੇ ਮੌਲਵੀਆਂ ਨੇ ਸੁਣ ਕੇ ਬਾਦਸ਼ਾਹ ਕੋਲ ਕਿਹਾ। ਫਿਰ ਬਾਦਸ਼ਾਹ ਨੇ ਕਿਹਾ ਵੀ ਹਾਜ਼ਰ ਹੋ ਜਾਂ ਕੇਸ ਕੱਟ ਕੇ ਭੇਜ ਦੇ। ਇਹ ਕੇਸ ਵੀ ਕੱਟ ਕੇ ਭੇਜ ਤੇ। ਮਾਤਾ ਨੇ ਕਿਹਾ ਹੁਣ ਮੇਰੇ ਮੱਥੇ ਨਾ ਲੱਗੀ, ਤਾਂ ਸਿੱਖੀ ਤਿਆਗਤੀ। ਫਿਰ ਭੁੱਖ ਦੁੱਖ ਬੜਾ ਔਖਾ ਹੋਇਆ, ਅਤੇ ਫਿਰ ਮਾਤਾ ਨੇ ਕਿਹਾ ਮੇਰੇ ਮੱਥੇ ਨਹੀਂ, ਖਰਚ ਪਾਣੀ ਦਿੰਦੇ ਰਹੇ। ਫਿਰ ਉਹ 92 ਫਕੀਰ ਨੂੰ ਰੁਪਈਆ ਦਿੱਤਾ, ਉਹ ਗਜਾ ਲਿਆ। ਜਾਂ ਤਾਂ ਪਹਿਲਾਂ ਨੇ ਗਜਾਉਂਦਾ, ਉਹ ਰੋਜ਼ ਮੰਗਣ ਲੱਗ ਪਿਆ, ਇਹਨੂੰ ਪੈਸੇ ਦਿੱਤੇ, ਉਹ ਮਗਰੋਂ ਹਟਿਆ ਨਾ।
ਉਹ ਜੰਗਲ 'ਚੋਂ ਮਾਰ ਕੇ ਖੂਹ ਸਿੱਟਤਾ। ਉਹ ਆ ਜਿਹੜੀ ਨੇ ਦੱਸਤਾ ਵੀ ਆਹ ਗੱਲ ਹੈ। ਉਹ ਫਿਰ ਬਾਦਸ਼ਾਹ ਕੋ ਪਿੱਟੇ ਅਤੇ ਉਹਨੇ ਫਿਰ ਕਿਹਾ ਵੀ ਤੂੰ ਆ ਕੇ ਦੱਸ। ਆਇਆ ਨਹੀਂ। ਉਹਨੇ ਫਿਰ ਫੌਜ ਭੇਜਤੀ, ਯੁੱਧ ਹੋਇਆ ਅਤੇ ਬਾਕੀ ਮਾਰੇ ਗਏ। ਆਪ ਹੀ ਉੱਥੇ ਜਾ ਕੇ ਕੁਮਾਰਾਂ ਦੇ ਭੋਜ 'ਚ ਲੋ ਗਿਆ। ਉਹਨੇ ਡੌਂਡੀ ਪਟਾਤੀ ਕਿ ਦੱਸੋ ਨਹੀਂ ਬਾਲ ਬੱਚਾ ਮਾਰ ਦਿਆਂਗੇ। ਉਹ ਡਰਦਿਆਂ ਨੇ ਫੜਾਤਾ ਇਹਨੂੰ, ਹਾਥੀ ਦੇ ਪੈਰ ਬੰਨ੍ਹ ਕੇ ਘੜੀਸ ਘੜੀ ਕੇ ਮਾਰ ਦਿੱਤਾ। ਹਾਂਜੀ। ਫਿਰ ਇਹਦਾ ਪੁੱਤ ਹਾਠੀ ਸਿੰਘ ਸੀ, ਮਾਤਾ ਜੀ ਮਥੁਰਾ ਚਲ ਗਏ। ਉਹ ਵੀ ਇਹਨਾਂ ਚਾਲਾਂ 'ਤੇ ਚੱਲਣ ਲੱਗ ਪਿਆ। ਉਹ ਜਿਹੜੇ ਹੁਣ ਦੇਖੋ ਪਿਛਲੇ ਜਨਮਾਂ ਦੇ ਸੰਸਕਾਰ ਸੀ। ਹਾਂਜੀ। ਜਿਹਦਾ ਜਾਤੀ ਸੁਭਾਅ ਜਿਹੜਾ ਉਹ ਜਾਂਦਾ ਨਹੀਂ ਨਾ, ਉੱਥੇ ਤੁਰ ਪਿਆ। ਸੋ ਇਸ ਕਰਕੇ ਇਸ ਤਰ੍ਹਾਂ ਜਿਹੜੇ ਕਹਿੰਦੇ ਸੰਸਕਾਰ ਆ ਨਾ, ਉਹ ਫਿਰ ਜਿਹੜੇ ਆ ਅੰਦਰ ਰਹਿੰਦੇ ਆ, ਉਹਨਾਂ ਦੇ ਅਨੁਸਾਰ ਫਿਰ ਉਹ ਕਰਮ ਜਿਹੜੇ ਆ ਕਰਦਾ ਆ। ਉਹ ਜਿਹੋ ਜਿਹਾ ਕਰਮ ਕਰਦਾ ਉਹਦਾ ਫਲ ਤਾਂ ਫਿਰ ਭੋਗਣਾ ਹੀ ਪੈਂਦਾ। ਇਸ ਵਾਸਤੇ ਇਹ ਚਾਹੁਣਾ ਹੀ ਬਾਸ਼ਨਾ, ਕਿਉਂਕਿ ਹਾਂਜੀ ਜਿਵੇਂ ਉਹ ਰੇਖਾ ਜੀ ਪੈ ਜਾਂਦੀ ਹੈ ਅਤੇ ਉਹਦੀ ਪ੍ਰੇਰਨਾ ਮਨੁੱਖ ਉਸੇ ਤਰ੍ਹਾਂ ਦੇ ਕਰਮ ਕਰਨਾ ਚਾਹੁੰਦਾ। ਹਾਂਜੀ। ਇਹ ਚਾਹੁਣਾ ਹੀ ਬਾਸ਼ਨਾ। ਇਸ ਬਾਸ਼ਨਾ ਦੇ ਕਾਰਨ ਮਨੁੱਖ ਫਿਰ ਉਸ ਕਰਮ ਨੂੰ ਕਰਦਾ ਅਤੇ ਫਿਰ ਫਲ ਨੂੰ ਪਾਉਂਦਾ, ਅਤੇ ਇਹ ਰੇਖਾ ਪਹਿਲਾਂ ਨਾਲੋਂ ਗਹਿਰੀ ਹੋ ਜਾਂਦੀ ਹੈ ਅਤੇ ਬਾਸ਼ਨਾ ਹੋਰ ਵੀ ਪ੍ਰਬਲ ਹੋ ਜਾਂਦੀ ਹੈ। ਇਸ ਪ੍ਰਕਾਰ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ। ਇਸ ਤੋਂ ਪ੍ਰਗਟ ਹੈ ਕਿ ਸਭ ਕਰਮਾਂ ਨੂੰ ਜਨਮ ਦੇਣ ਵਾਲੀ ਬਾਸ਼ਨਾ ਹੀ ਹੈ ਅਤੇ ਇਹ ਸਭ ਬੰਧਨ ਦਾ ਕਾਰਨ ਹੈ। ਇਸ ਲਈ ਵਿਸ਼ੇਸ਼ਟੀ ਜੀ ਨੇ ਕਿਹਾ ਹੈ, ਜਿਸ ਪ੍ਰਕਾਰ ਧਾਗੇ ਵਿੱਚ ਮੋਤੀ ਪਰੋਏ ਹੁੰਦੇ ਹਨ, ਉਸ ਪ੍ਰਕਾਰ ਵਾਰ-ਵਾਰ ਮਿਲਣ ਵਾਲੇ ਸਰੀਰ ਬਾਸ਼ਨਾ ਵਿੱਚ ਪਰੋਏ ਰਹਿੰਦੇ ਹਨ ਅਤੇ ਇਸ ਦੇ ਕਾਰਨ ਹੀ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ। ਇਸ ਬਾਸ਼ਨਾ ਦੇ ਕਾਰਨ ਹੀ ਆਤਮਾ ਨੂੰ ਵਾਰ-ਵਾਰ ਸਰੀਰ ਮਿਲਦਾ ਹੈ। ਜਿਸ ਤਰ੍ਹਾਂ ਮੋਤੀਆਂ ਦੀ ਮਾਲਾ ਆਪਣੇ ਧਾਗੇ ਕਾਰਨ ਬਣੀ ਰਹਿੰਦੀ ਹੈ, ਉਸ ਤਰ੍ਹਾਂ ਸਰੀਰ ਬਾਸ਼ਨਾ ਦੇ ਕਾਰਨ ਬਣਿਆ ਰਹਿੰਦਾ। ਜੇ ਧਾਗਾ ਟੁੱਟ ਜਾਏ ਮਣ ਕੇ ਖਿੰਡ ਜਾਂਦੇ। ਬਾਸ਼ਨਾ ਦੇ ਨਾਸ ਹੋਣ ਨਾਲ ਹੀ ਚਿੱਤ ਦਾ ਨਾਸ ਹੋ ਜਾਂਦਾ ਹੈ ਅਤੇ ਜਨਮ ਮਰਨ ਦੇ ਚੱਕਰ ਤੋਂ ਛੁਟਕਾਰਾ ਹੋ ਜਾਂਦਾ ਹੈ। ਇਸ ਲਈ ਬੁਰੀਆਂ ਬਾਸ਼ਨਾ ਬੰਧਨ ਦਾ ਕਾਰਨ, ਸ਼ੁਭ ਬਾਸ਼ਨਾ ਮੋਕਸ਼ ਦਾ ਕਾਰਨ। ਇਸ ਤਰ੍ਹਾਂ ਮਨੁੱਖ ਆਪਣੀ ਬਾਸ਼ਨਾ ਨਾਲ ਆਪ ਹੀ ਬੰਨ੍ਹਿਆ ਜਾਂਦਾ ਹੈ। ਜਿਸ ਤਰ੍ਹਾਂ ਰੇਸ਼ਮ ਦਾ ਕੀੜਾ ਆਪਣੇ ਰੇਸ਼ਮ ਦੇ ਕੋਏ ਵਿੱਚ ਗੁਥਲੀ ਜੀ ਬਣਾ ਲੈਂਦਾ ਨਾ, ਉਹਦੇ 'ਚ ਉਹ ਸਾਹ ਘੁੱਟ ਹੋ ਕੇ ਮਰ ਜਾਂਦਾ। ਜਾਂ ਮੱਕੜੀ ਆਪਣੇ ਜਾਲੇ ਵਿੱਚ ਫਸ ਜਾਂਦੀ। ਬਾਸ਼ਨਾ ਹੀ ਦੁੱਖ ਦੀਆਂ। ਉਹ ਇੱਕ ਹੁੰਦੇ ਸੀ ਸਿੰਘ, ਅਤੇ ਉਹਨਾਂ ਨੇ ਗੁਰਦੁਆਰਿਆਂ 'ਚ ਆਹ ਸਟਾਲ ਲਾਉਣੀ ਕਕਾਰਾਂ ਦੀ ਜਾਂ ਹੋਰ ਚੀਜ਼ਾਂ ਦੀ। ਉਹ ਮਨ ਟਿਕਦਾ ਨਹੀਂ। ਫੁਰਨਾ ਬਣ ਗਿਆ, ਬਾਹਰ ਚਲੀ ਗਿਆ। ਬਾਹਰ ਚਲੇ ਗਿਆ। ਹੁਣ ਕਰਮ ਤਾਂ ਨਾਲ ਹੀ ਹੈ, ਜਿੱਥੇ ਮਰਜ਼ੀ ਚੱਲ ਜਾਓ। ਉੱਥੇ ਚਲੇ ਗਏ। ਹੁਣ ਉਹਨਾਂ ਦੇਸ਼ਾਂ ਵਿੱਚ ਗੱਡੀਆਂ ਬੜੀਆਂ ਫਾਸਟ ਚੱਲਦੀਆਂ ਅਤੇ ਐਟੋਮੈਟਿਕ ਹੀ ਉਹ ਫਾਟਕਾਂ ਦੇ ਬਣੇ ਹੋਏ ਆ, ਡੰਡਾ ਜਿਹਾ ਆਪੇ ਡਿੱਗ ਪੈਂਦਾ, ਆਪੇ ਚੁੱਕਿਆ ਜਾਂਦਾ। ਕਿਉਂ ਉੱਥੇ ਟਾਈਮ ਪੂਰਾ ਆ ਅਤੇ ਉਹ ਕੰਪਿਊਟਰ ਨੇ ਸਾਰਾ। ਉਹ ਇੱਥੇ ਜਿਵੇਂ ਆਦਤ ਪਈ ਆ ਸਾਡੇ ਦੇਸ਼ ਨੂੰ, ਲੰਘ ਜਾਈਏ ਫਟਾਫਟ, ਉਹ ਗੱਡੀ ਲੰਘਾਉਣੀ ਚਾਹੀਦੀ ਅਤੇ ਉਹ ਉਧਰ ਟਾਈਮ ਹੋ ਗਿਆ, ਉਹ ਡੰਡਾ ਡਿੱਗ ਗਿਆ। ਘਰ ਵਾਲੀ ਨਾਲ ਸੀ, ਇੱਕ ਦਾ ਸਿਰ ਵੱਢਿਆ ਗਿਆ, ਇੱਕ ਦੀਆਂ ਪੱਟ ਤੋਂ ਲੱਤਾਂ ਵੱਢੀਆਂ ਗਈਆਂ। ਪਰ ਉਹ ਕਰਮ ਦਾ ਨਾਲ ਹੀ ਜਾਂਦਾ, ਜਿੱਥੇ ਮਰਜ਼ੀ ਚਲੇ ਜਾਓ। ਦੇਸ਼ ਛੋੜ ਪ੍ਰਦੇਸੇ ਤਾਂ ਆਇਆ, ਪੰਚਨ ਡਲ ਨਾਲੇ ਲੈ ਆਇਆ। ਬੰਦਾ ਬਹੁਤ ਕੁਝ ਕਰਦਾ। ਹੁਣ ਉਹ ਮੁੰਡਾ ਸੀ, ਇੱਥੋਂ ਗਿਆ ਅਮਰੀਕਾ, ਉੱਥੇ ਉਹ ਮਰ ਗਿਆ। ਨਾ ਮਾਇਆ ਮੇਰੀ ਨਾ ਰਾਮ, ਕੋਈ ਪੱਲੇ ਨਾ ਪਿਆ। ਇਸ ਤਰ੍ਹਾਂ ਹੀ ਆ, ਜਿੱਥੇ ਮਰਜ਼ੀ ਚਲ ਜਾਓ, ਮੱਥਾ ਕਰਮ ਜਿਹੜੇ ਆ ਉਹ ਬੰਦੇ ਦੇ ਨਾਲ ਜਾਂਦੇ ਆ। ਹਾਂਜੀ। ਕਹਿੰਦੇ ਨਾ, ਬੰਦਾ ਜਿਹੜੇ ਪਲੀ ਪਲੀ ਰੱਬ ਰੜਾਏ ਕੁੱਪਾ। ਹੁਣ ਐਤਨੀ ਲੋਕਾਂ ਦੀ ਬਾਸ਼ਨਾ ਹੋਣੀ ਆਈਆਂ, ਇੰਨੀ ਫਸਲ ਕੱਢਾਂਗੇ, ਇੰਨਾ ਮਾਇਆ ਉਹ। ਪਰ ਜਿੱਥੇ ਰੱਬ ਨੇ ਰੱਖਣਾ ਉੱਥੇ ਹੀ ਰਹਿਣਾ ਪੈਂਦਾ। ਹੁਣ ਉਦੋਂ ਭੁਚਾਲ ਆਇਆ, ਉਹ ਵਿਚਾਰੇ ਥੇ ਪੈ ਗਏ। ਉੱਧਰ ਹੜ੍ਹ ਆਇਆ ਲਿਬੀਆ, ਉਹ 10,000 ਬੰਦਾ ਹੀ ਲਾਪਤਾ ਹੋਇਆ ਪਿਆ। ਇਸ ਕਰਕੇ ਬੰਦਾ ਮਨ ਦੇ ਵਿੱਚ ਬਹੁਤ ਫੁਰਨੇ ਕਰਦਾ, ਪਰ ਜਿੱਥੇ ਰੱਬ ਨੇ ਰੱਖਣਾ ਉੱਥੇ ਹੀ ਰਹਿਣਾ ਪੈਣਾ। ਬਾਸ਼ਨਾ ਪੈਦਾ ਹੋਣ ਦੇ ਕਾਰਨ, ਪਹਿਲਾ ਕਾਰਨ ਹੇਤੂ, ਅਰਥਾਤ ਉਹ ਵਸਤੂ
ਜਿਸ ਨਾਲ ਵਾਸ਼ਨਾ ਦਾ ਜਨਮ ਹੁੰਦਾ। ਹੇਤ ਨਾਮ ਕਾਰਨ ਦਾ ਵੀ ਹੈ, ਹੇਤ ਨਾਮ ਮੋਹ ਦਾ ਵੀ ਹੈ, ਉਸ ਵਸਤੂ ਦੇ ਸ਼ੁਭ ਜਾਂ ਅਸ਼ੁਭ ਕਰਮ। ਦੂਸਰਾ ਕਾਰਨ ਫਲ, ਅਥਵਾ ਉਹ ਵਸਤੂ ਜੋ ਕਰਮ ਨਾਲ ਪੈਦਾ ਹੁੰਦੀ ਹੈ। ਕਰਮ ਨਾਲ 3 ਵਸਤੂ ਪੈਦਾ ਹੁੰਦੀਆਂ ਹਨ, ਅਰਥਾਤ 3 ਫਲ ਦਿੰਦਾ। ਪਹਿਲਾ ਜੂਨ, ਅਰਥਾਤ ਮਨੁੱਖ ਜਾਂ ਪਸ਼ੂ ਦਾ ਸਰੀਰ, ਕਿਹੜੀ ਜੂਨ ਮਿਲਣੀ। ਦੂਜਾ ਉਮਰ। ਤੀਜਾ ਭੋਗ, ਦੁੱਖ ਮਿਲਣਾ ਜਾਂ ਸੁੱਖ ਮਿਲਣਾ। ਤੀਜਾ ਕਾਰਨ ਹੈ ਆਸਰਾ, ਅਰਥਾਤ ਉਹ ਸਥਾਨ ਜਿੱਥੇ ਵਾਸ਼ਨਾ ਰਹਿੰਦੀ ਹੈ, ਉਹ ਸਥਾਨ ਹੈ ਚਿੱਤ, ਚਿੱਤ ਵਿੱਚ ਰਹਿੰਦੀਆਂ ਨੇ। ਚੌਥਾ ਅਲੰਬਨ, ਅਰਥਾਤ ਸਹਾਰਾ। ਇਹ ਉਹ ਵਸਤੂ ਹੈ ਜਿਸ ਦਾ ਪ੍ਰਯੋਗ ਕਰਕੇ ਵਾਸ਼ਨਾ ਕਿਰਿਆਤਮਕ ਰੂਪ, ਅਮਲੀ ਰੂਪ ਧਾਰਨ ਕਰ ਲੈਂਦੀ ਹੈ। ਇਹ ਸਹਾਰੇ ਹਨ ਇੰਦਰੀਆਂ ਦੇ ਵਿਸ਼ੇ। ਇਹਨਾਂ ਨੂੰ ਲਾਠੀ ਬਣਾ ਕੇ ਇਹ ਲੰਗੜੀ ਵਾਸ਼ਨਾ ਅੱਗੇ ਵੱਧਦੀ ਹੈ। ਕਰਮ ਦਾ ਬੰਧਨ ਹੋਰ ਵੀ ਦ੍ਰਿੜ ਹੋ ਜਾਂਦਾ ਹੈ। ਉਹ ਜਿਹੜਾ ਕਰਮ ਆ, ਹਾਂਜੀ, ਉਹ ਫਿਰ ਜਿਹੋ ਜਿਹਾ ਹੈਗਾ, ਉਹ ਫਿਰ ਮੌਕੇ ਨੂੰ ਉਹੋ ਜਿਹਾ ਕਰਮ ਕਰਾ ਦਿੰਦਾ। ਜਿਨ੍ਹਾਂ ਦੇ ਅੰਦਰ ਚੋਰੀ ਦੇ ਸੰਸਕਾਰ ਆ ਜਾਂ ਹੋਰ ਮਾੜੇ ਆ, ਉਹ ਲੈ ਉਧਰ ਨੂੰ ਤੁਰ ਜਾਂਦੇ। ਵਾਸ਼ਨਾ ਸਾਫ਼ ਕਰਨ ਦੀ ਵਿਧੀ। ਵਾਸ਼ਨਾਵਾਂ ਹੀ ਸਾਨੂੰ ਪ੍ਰੇਰਿਤ ਕਰਦੀਆਂ ਹਨ ਕਿਸੇ ਵਸਤੂ ਨੂੰ ਪ੍ਰਾਪਤ ਕਰੋ ਅਤੇ ਉਹਨੂੰ ਭੋਗੋ। ਇਸ ਲਈ ਵਾਸ਼ਨਾ ਹੀ ਕਰਮ ਕਰਾਉਂਦੀ ਹੈ ਅਤੇ ਕਰਮ ਵਾਸ਼ਨਾ ਨੂੰ ਬਲਵਾਨ ਬਣਾਉਂਦੇ ਹਨ। ਵਾਸ਼ਨਾਵਾਂ ਦੇ ਸ਼ਾਂਤ ਹੋ ਜਾਣ ਨਾਲ ਮਨ, ਹਾਂਜੀ, ਇਸ ਤਰ੍ਹਾਂ ਸ਼ਾਂਤ ਹੋ ਜਾਂਦਾ ਜਿਸ ਤਰ੍ਹਾਂ ਬਿਨਾਂ ਘਿਓ ਤੇ ਦੀਵਾ। ਜੇ ਘਿਓ 'ਚ ਦੀਵਾ ਬੱਤੀ ਹੋ ਤਾਂ ਹੀ ਬਲੂਗਾ, ਜਾਂ ਦੀਵਾ ਬੱਤੀ ਨਹੀਂ, ਦੀਵੇ ਵਿੱਚ ਬੱਤੀ ਨਹੀਂ, ਘਿਓ ਨਹੀਂ, ਬਲਣਾ ਕੀ ਹੈ। ਵਾਸ਼ਨਾ ਨੂੰ ਜੜ੍ਹ ਤੋਂ ਉਖਾੜ ਦੇਣਾ ਹੀ ਮਨ ਦੀ ਸ਼ਾਂਤੀ ਦਾ ਸ਼ਮ ਕਹਿਲਾਉਂਦਾ। ਮਨ ਨੂੰ ਸਮਾਨ ਕਰਨਾ, ਕੋਈ ਵਾਸ਼ਨਾ ਰਹਿਣੀ। ਭਜਨ ਕਰਨ ਦਾ ਮਤਲਬ ਇਹ ਹੈ, ਜਿਹੜਾ ਸਤਿਨਾਮ ਸ਼੍ਰੀ ਵਾਹਿਗੁਰੂ ਜਪਦੇ ਹਾਂ, ਕਿ ਸ਼ਬਦ ਰਹਿ ਜਾਏ, ਹੋਰ ਫੁਰਨੇ ਮਿਟ ਜਾਣ। ਜਿਹੜੇ ਫੁਰਨੇ ਵਾਸ਼ਨਾ ਮਿਟ ਜਾਂਦੀਆਂ ਫਿਰ ਸਮਾਧੀ ਲੱਗ ਜਾਂਦੀ। ਜਦੋਂ ਆਤਮਾ ਦਾ ਆਨੰਦ ਆਉਣ ਲੱਗ ਪੈਂਦਾ। ਉਹ ਵਾਸ਼ਨਾ ਦੀਆਂ ਮਨ ਨੂੰ ਟਿਕਣ ਨਹੀਂ ਨਾ ਦਿੰਦੀਆਂ, ਕਦੀ ਕੋਈ ਫੁਰਨਾ, ਕਦੀ ਕੋਈ ਫੁਰਨਾ, ਬੰਦਾ ਫਿਰ ਅਸ਼ਾਂਤ ਹੋ ਜਾਂਦਾ। ਹਾਂਜੀ, ਉਹ ਸ਼ਾਂਤੀ ਪਹਿਲੀ ਵੀ ਉਹਦੀ ਚਲੇ ਜਾਂਦੀ ਹੈ, ਜਿਹੜੇ ਭਟਕਣਾ 'ਚ ਪੈ ਜਾਂਦਾ। ਮਨ ਦੀ ਸ਼ਾਂਤੀ ਸ਼ਮ ਕਹਿਲਾਉਂਦਾ ਹੈ ਅਤੇ ਇਹਨਾਂ ਦੇ ਮਾਰਨ ਦਾ ਤਰੀਕਾ ਇਹ ਹੈ ਕਿ ਵਾਸ਼ਨਾ ਪੈਦਾ ਹੋਣ ਦੇ ਉੱਪਰ ਲਿਖਤ ਚਾਰਾਂ ਕਾਰਨਾਂ ਨੂੰ ਸਮਾਪਤ ਕਰ ਦਿਓ। ਜਿਹੜੇ ਉੱਤੇ ਦੱਸੇ ਨਾ 4 ਕਾਰਨ। ਸਭ ਤੋਂ ਪੂਰਵ ਕਰਮ ਦਾ ਫਲ ਤਿਆਗ ਦੇਣ ਨਾਲ ਕਰਮ ਨੂੰ ਸਮਾਪਤ ਕਰ ਦਿਓ, ਅਰਥਾਤ ਨਿਸ਼ਕਾਮ ਕਰਮ ਕਰੋ। ਦੂਸਰਾ ਸਮ ਅਤੇ ਦਮ ਇੰਦਰੀਆਂ ਦਮਨ ਕਰਨਾ, ਮਨ ਅਤੇ ਇੰਦਰੀਆਂ ਨੂੰ ਕਾਬੂ 'ਚ ਰੱਖਣਾ। ਇਸ ਨਾਲ ਸਭ ਸੰਕਲਪਾਂ ਦਾ ਨਾਸ਼ ਹੋ ਜਾਵੇਗਾ ਅਤੇ ਚਿੱਤ ਸ਼ਾਂਤ ਹੋ ਜਾਏਗਾ। ਇਹ ਵਾਸ਼ਨਾ ਬਹੁਤ ਭਿਆਨਕ ਹੁੰਦੀਆਂ ਹਨ। ਇਹਨਾਂ ਦੇ ਹੁੰਦਿਆਂ ਨਿਰਵਿਕਲਪ ਅਵਸਥਾ, ਜਦੋਂ ਮਨ ਵਿੱਚ ਕੋਈ ਵਿਕਾਰ ਨਾ ਹੋਵੇ, ਪ੍ਰਾਪਤ ਨਹੀਂ ਹੁੰਦੀ। ਇਸ ਲਈ ਇਸ ਦਾ ਨਾਸ਼ ਕਰਨਾ ਸਾਧਕ ਲਈ ਬਹੁਤ ਜ਼ਰੂਰੀ ਹੈ। ਸੰਕਲਪ, ਇੱਛਾ ਅਤੇ ਤ੍ਰਿਸ਼ਨਾ ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ। ਗ੍ਰੰਥਾਂ ਵਿੱਚ ਥੋੜ੍ਹਾ ਕੁਝ ਦੱਸਿਆ, ਸੁਣਿਆ ਵੀ ਹੈ ਕਿ ਵਾਸ਼ਨਾ ਸੂਖਮ ਇੱਛਾਵਾਂ ਹਨ ਜੋ ਚਿੱਤ ਵਿੱਚ ਲੁਕੀਆਂ ਰਹਿੰਦੀਆਂ ਹਨ, ਜਿਵੇਂ ਸਵਾਹ ਝੱਗ ਹੁੰਦੀ ਹੈ। ਇਹਨਾਂ ਵਾਸ਼ਨਾ ਦੇ ਕਾਰਨ ਹੀ ਮਨ ਵਿੱਚ ਸੰਕਲਪ, ਹਾਂਜੀ, ਮੇਨ ਆਈਡੀਆ ਆਫ ਥਾਟਸ ਜਾਂ ਖਿਆਲ ਪੈਦਾ ਹੁੰਦੇ। ਥਾਟ ਨਾਮ ਖਿਆਲਾਂ ਦਾ। ਜਿਸ ਵਸਤੂ ਦਾ ਮਨ ਵਿੱਚ ਵਿਚਾਰ ਉੱਠਦਾ ਹੈ, ਮਨ ਉਸ ਵਸਤੂ ਨੂੰ ਪ੍ਰਾਪਤ ਕਰਨ ਲਈ ਵਿਆਕੁਲ ਰਹਿੰਦਾ ਹੈ ਅਤੇ ਉਸ ਵਸਤੂ ਦੀ ਆਕਿਰਤੀ ਆਕਾਰ ਧਾਰਨ ਕਰਦਾ ਹੈ। ਉਹਦੀ ਫਿਰ ਫੋਟੋ ਬਾਰ-ਬਾਰ ਆਊਗੀ। ਜੇ ਪ੍ਰੇਮ ਆ ਤਾਂ ਉਹਦੀ ਆਊਗੀ, ਬੈਰ ਆ ਤਾਂ ਉਹਦੀ ਬੈਰੀ ਦੀ ਮੂਹਰੇ ਫੋਟੋ ਮੱਲੋ ਮੱਲੀ ਆਈ ਜਾਊਗੀ। ਆਕਿਰਤੀ ਮੈਨੇ ਮੂਰਤ। ਇਸ ਸੰਕਲਪ ਮਨ ਨੂੰ ਪ੍ਰੇਰਿਤ ਕਰਦੇ ਹਨ। ਇਹ ਵਸਤੂ ਪ੍ਰਾਪਤ ਕਰੋ ਅਤੇ ਇਹਨੂੰ ਭੋਗੋ। ਜਦੋਂ ਮਨ 'ਚ ਕਿਸੇ ਵਸਤੂ ਦਾ ਸੰਕਲਪ ਉੱਠਦਾ ਹੈ ਤਾਂ ਮਨ ਚੰਚਲ ਹੋ ਜਾਂਦਾ ਹੈ ਅਤੇ ਮਨ ਉਸ ਵਸਤੂ ਦੇ ਪਿੱਛੇ ਜਾਗਰਤ ਸੁਪਨ ਅਵਸਥਾ ਵੀ ਦੌੜ, ਸੁਪਨੇ ਵੀ ਫਿਰ ਉਹੀ ਫੁਰਨੇ ਹੋਣਗੇ ਅਤੇ ਜਦੋਂ ਤੱਕ ਉਹ ਵਸਤੂ ਮਿਲ ਨਾ ਜਾਵੇ ਤਾਂ ਉਸ ਨੂੰ ਭੋਗ ਨਾ ਲਵੇ, ਉਦੋਂ ਸ਼ਾਂਤੀ ਨਾਲ ਨਹੀਂ ਬੈਠਦਾ। ਮਨ ਦਾ ਹਰ ਵਸਤੂ ਦੇ ਪਿੱਛੇ ਬਾਹਰ ਭੱਜਣਾ ਹੀ ਬੰਧਨ ਦਾ ਕਾਰਨ ਹੈ। ਉਹਦੇ ਸੰਕਲਪ ਦਾ ਤਿਆਗ ਹੀ ਮੋਕਸ਼ ਹੈ। ਸੰਕਲਪ ਸੂਤਰ ਹੈ
ਅਤੇ ਵਿਚਾਰ ਉਸ ਵਿੱਚ ਪਰੋਏ ਹੋਏ ਮਣਕੇ ਹਨ। ਇੱਕ ਸੰਕਲਪ ਨਾਲ ਮਨ ਵਿੱਚ ਕੋਈ ਹੋਰ ਵਿਚਾਰ ਉੱਠਦੇ ਹਨ। ਕਲਪਨਾ ਕਰੋ, ਤੁਹਾਡੇ ਮਨ ਸੰਕਲਪ ਆਉਂਦਾ ਹੈ ਕਿ ਆਪਣੇ ਮਿੱਤਰ ਨੂੰ ਚਾਹ ਪਿਲਾਵਾਂ। ਚਾਹ ਦੇ ਇੱਕ ਸੰਕਲਪ ਦੇ ਨਾਲ ਹੀ ਤਤਕਾਲ ਖੰਡ, ਦੁੱਧ, ਚਾਹ ਦੇ ਕੱਪ, ਮੇਜ਼, ਕੁਰਸੀਆਂ, ਮਠਿਆਈ ਆਦਿ ਦੇ ਕਈ ਵਿਚਾਰ ਪੈਦਾ ਹੋ ਜਾਂਦੇ। ਗੱਲ ਤਾਂ ਚਾਹ ਦੀ ਸੀ ਨਾ, ਉਹ ਚਾਹ ਨੇ ਕਿੰਨੇ ਫੁਰਨੇ ਪੈਦਾ ਕਰਤੇ। ਇੱਕ ਸੰਤ ਸੀ, ਉਹਦੇ ਕੋਈ ਗੀਤਾ ਦੀ ਪੋਥੀ, ਉਹ ਕਹਿੰਦਾ ਮੈਂ ਹਰਿਦੁਆਰ ਚੱਲਿਆ। ਉਹ ਦੂਆ ਸੰਤ ਉੱਥੇ ਜੰਗਲ 'ਚ ਰਹਿੰਦਾ ਸੀ, ਕਹਿੰਦਾ ਜੀ ਪਿਆ ਗੀਤਾ ਸੰਭਾਲ ਕੇ ਰੱਖੋ, ਚੂਹੇ ਚਾਹ ਨੂੰ ਵੱਢ ਦੇਣ। ਅੱਛਾ, ਜਿਲੇ ਉਹ ਭਜਨ 'ਚ ਬੈਠੇ ਫੁਰਨਾ ਇਹ ਆ ਜਾ ਗੀਤਾ ਨਾ ਵੱਢ ਜਾ। ਹੁਣ ਫਿਰ ਬਿੱਲੀ ਲੈ ਆਉਂਦੀ, ਫਿਰ ਬਿੱਲੀ ਚੂਹਿਆਂ ਨੂੰ ਖਾ ਲਿਆ ਕਰੂ। ਹੁਣ ਬਿੱਲੀ ਲਈ ਫਿਰ ਦੁੱਧ ਵੀ ਚਾਹੀਦਾ। ਇਹ ਕਹਿੰਦਾ ਜੰਗਲ ਆ, ਇਹ ਘਾਹ ਕੂਆ ਗਾਂ ਰੱਖ ਲਈ, ਗਾਂ ਦੇ ਬੱਚੇ ਹੋ ਗਏ। ਉਹ ਕਹਿੰਦਾ ਹੁਣ ਫਿਰ ਬੜਾ ਔਖਾ, ਫਿਰ ਖੇਤ ਬਣਾ ਲਈਏ, ਫਿਰ ਫਸਲ ਸ਼ੁਰੂ ਹੋ ਗਈ। ਵਿਹਲੇ ਹੋ ਗਿਆ, ਹੁਣ ਗਾਂ ਲਈ ਫਿਰ ਕੋਠੜਾ ਵੀ ਚਾਹੀਦਾ, ਬੱਚਿਆਂ ਲਈ ਵੀ ਚਾਹੀਦਾ। ਉਹ ਹੋ ਗਿਆ, ਹੌਲੀ ਹੌਲੀ ਵੱਧਦਾ ਉੱਥੇ ਬੜਾ ਖਲਾਰਾ ਖਿਲਰ ਗਿਆ। ਉਹ ਜਿਹੜੇ ਸੰਤ ਮੁੜ ਕੇ ਆਇਆ, ਉਹ ਦੇਖੇ ਵੀ ਕੁਟੀਆ ਦੇ ਸੰਤ ਹੁੰਦਾ ਜੀ, ਗੀਤਾ ਲੈ ਜਾ। ਉਹ ਪਤਾ ਨਹੀਂ ਲੱਗੇ ਖਲਾਰਾ ਬਹੁਤ। ਉਹ ਬਾਹਰ ਨਿਕਲਿਆ, ਕਹਿੰਦੇ ਆ ਜਾਓ ਸੰਤ ਜੀ। ਅਤੇ ਕਹਿੰਦੇ ਵੀ ਆ ਇੰਨਾ ਖਲਾਰਾ, ਕਹਿੰਦੇ ਤੇਰੀ ਗੀਤਾ ਹੀ ਫੈਲੀ ਆ। ਉਹ ਫੁਰਨੇ ਤੋਂ ਗਾਂ ਫੁਰਨਿਆਂ 'ਤੇ ਫੁਰਨੇ। ਫਿਰ ਬੰਦੇ ਦਾ ਮਨ ਜਿਹੜਾ ਅਸ਼ਾਂਤ ਹੋ ਜਾਂਦਾ, ਅਤੇ ਜੇ ਫੁਰਨੇ ਮਾਰ ਲਓ ਫਿਰ ਆਉਂਦੇ ਆ। ਇਸੇ ਕਰਕੇ ਫਿਰ ਇਨਸਾਨ ਅੱਜ ਕੱਲ੍ਹ ਕਿਉਂ ਪਰੇਸ਼ਾਨ ਹੈ। ਅੱਗੇ ਪੁਰਾਣੇ ਲੋਕ ਭਾਵੇਂ ਪੜ੍ਹੇ ਲਿਖੇ ਨਹੀਂ, ਉਹਨਾਂ ਦੇ ਖਿਆਲ ਬੜੇ ਸੰਜਮ ਵਿਵੇਕ ਸੀ। ਉਹ ਥੋੜ੍ਹੇ ਜਿਹੇ ਗੁਜ਼ਾਰਾ ਕਰ ਲੈਂਦੇ ਸੀ, ਲੋਕਾਂ 'ਚ ਪ੍ਰੇਮ ਪਿਆਰ ਬੜਾ ਸੀ। ਅਤੇ ਹੁਣ ਲਾ ਲਓ ਹਰ ਘਰ 'ਚ ਹਰ ਚੀਜ਼ ਰੱਖੀ ਹੈ, ਫਿਰ ਵੀ ਲੋਕ ਅਸ਼ਾਂਤ ਹੈ, ਸ਼ਾਂਤੀ ਨਹੀਂ ਹੈ। ਭਟਕਣਾ ਲੱਗੀ ਹੋਈ ਹੈ, ਦਿਨ ਰਾਤ ਭੱਜੇ ਫਿਰਦੇ, ਦੌੜੇ ਫਿਰਦੇ ਹੈ। ਅਮੀਰ ਕੀ ਗਰੀਬ ਕੀ, 4 ਦਿਨ ਦੀ ਜ਼ਿੰਦਗੀ ਹੈ, ਪਤਾ ਨਹੀਂ ਕਦੋਂ ਫੂਕ ਨਿਕਲ ਜਾਣੀ ਹੈ। ਉਹ ਭਜਨ ਵਾਸਤੇ ਜਾਂ ਸਿਮਰਨ ਵਾਸਤੇ ਜਿਹੜੇ ਕਮਲੇ ਮਨੁੱਖ ਦੇ ਮਿਲੀ ਹੈ, ਉਧਰ ਧਿਆਨ ਹੀ ਨਹੀਂ ਹੈ। ਅਤੇ ਜੇ ਹੁਣ ਇੱਥੋਂ ਇਸ ਪੌੜੀ 'ਤੇ ਜੋ ਨਰ ਚੁੱਕਾ ਸੋ ਆਏ ਜਾਂ ਦੁੱਖ ਪੈਂਦਾ, ਵੀ ਹੁਣ ਤਾਂ 4 ਦਿਨ ਕਰ ਲਓਗੇ, ਮੁੜ ਕੇ ਕੁੱਤਿਆਂ ਬਿੱਲਿਆਂ ਦੀ ਜੂਨਾਂ 'ਚ ਫੇਰ ਕੀ ਕਰੋਗੇ। ਹੁਣ ਇਹ ਮਿਲਿਆ ਟਾਈਮ, ਮਨੁੱਖ ਦੇ ਭਾਗਾਂ ਨਾਲ ਮਿਲੀ ਹੈ, ਭਜਨ ਕਰਕੇ ਅੱਗਾ ਸਵਾਰ ਲਓ, ਇੱਧਰ ਨੂੰ ਨਹੀਂ ਦੇ ਲਓ ਤੁਰਦਾ ਹੈ। ਜੇ ਤੇ ਕੋਈ ਕਿਰਪਾ ਹੁੰਦੀ ਹੈ, ਉਹ ਇਸ ਪਾਸੇ ਨੂੰ ਆਉਂਦਾ। ਮਨ ਇਹ ਸਭ ਕੰਮ ਸੂਖਮ ਸਰੀਰ ਵਿੱਚ ਕਰਦਾ ਹੈ ਅਤੇ ਚੰਚਲਤਾ ਨੂੰ ਪ੍ਰਾਪਤ ਹੋ ਜਾਂਦਾ ਹੈ। ਮਨ ਦਾ ਬਚਿੱਤਰ ਇੰਜਣ ਇਹ ਸਭ ਕੰਮ ਸੂਖਮ ਸਰੀਰ ਵਿੱਚ ਕਰਦਾ ਹੈ ਅਤੇ ਚੰਚਲਨ ਪ੍ਰਾਪਤ ਹੋ ਜਾਂਦਾ ਹੈ। ਮਨ ਦਾ ਬਚਿੱਤਰ ਇੰਜਣ ਇੱਕ ਪਲ ਵੀ ਆਰਾਮ ਕੀਤੇ ਬਿਨਾਂ ਸੋਚਦਾ ਰਹਿੰਦਾ ਹੈ। ਮਸਤਕ ਦਿਮਾਗ ਨੂੰ ਆਰਾਮ ਦੀ ਜ਼ਰੂਰਤ ਹੈ, ਮਨ ਨੂੰ ਨਹੀਂ। ਸੁਪਨੇ ਵਿੱਚ ਵੀ ਮਨ ਕੰਮ ਕਰਦਾ ਰਹਿੰਦਾ। ਮਨ ਦੇ ਕਰਮ ਹੀ ਅਸਲੀ ਕਰਮ ਹਨ। ਜਿਸ ਤਰ੍ਹਾਂ ਹੀ ਸੋਚਦੇ ਹੋ, ਉਸ ਤਰ੍ਹਾਂ ਹੀ ਤੁਸੀਂ ਬਣ ਜਾਂਦੇ ਹੋ। ਜੇਕਰ ਤੁਸੀਂ ਇਹ ਵਿਚਾਰ ਕਰੋ ਕਿ ਤੁਸੀਂ ਪਰਮਾਤਮਾ ਹੋ, ਤੁਸੀਂ ਪਰਮਾਤਮਾ ਹੀ ਬਣ ਜਾਓਗੇ। ਜੇਕਰ ਸੰਕਲਪ ਰੂਪੀ ਸੂਤਰ ਤੋੜ ਦਿੱਤਾ ਜਾਵੇ, ਤਾਂ ਵਿਚਾਰ ਰੂਪੀ ਮਨ ਕੇ ਆਪਣੇ ਆਪ ਡਿੱਗ ਜਾਣਗੇ ਅਤੇ ਮਨ ਸ਼ਾਂਤੀ ਨੂੰ ਪ੍ਰਾਪਤ ਹੋਵੇਗਾ। ਜਦੋਂ ਤੱਕ ਮਨ ਵਿੱਚ ਸੰਕਲਪ ਉੱਠਦੇ ਰਹਿੰਦੇ ਹਨ, ਉਦੋਂ ਚਾਹੇ ਤੁਸੀਂ ਨਗਰ ਵਿੱਚ ਰਹੋ ਜਾਂ ਹਿਮਾਲਾ ਦੀ ਗੁਫਾ ਵਿੱਚ, ਗੱਲ ਇੱਕ ਹੀ ਹੈ। ਸੰਕਲਪ ਦਾ ਨਾਸ ਕਰਨ ਨਾਲ ਹੀ ਸ਼ਾਂਤੀ ਮਿਲਦੀ ਹੈ। ਸ਼ਾਂਤੀ ਧਨ, ਇਸਤਰੀ, ਪੁੱਤਰ ਆਦਿ ਵਿੱਚ ਨਹੀਂ, ਬਲਕਿ ਸ਼ਾਂਤੀ ਤਾਂ ਨਿਰ ਇੱਛਾ, ਡਿਜ਼ਾਇਰਲੈਸ, ਜਿਹੜਾ ਇੱਛਾ ਤੋਂ ਰਹਿਤ ਹੋਣਾ, ਇਹਦੇ ਸ਼ਾਂਤੀ ਹੈ। ਜਿੰਨੀਆਂ ਇੱਛਾ ਵਧਾਈ ਜਾਓਗੇ, ਉਨਾ ਹੀ ਅਸ਼ਾਂਤ ਹੋ ਜਾਣਾ। ਅਤੇ ਸੰਕਲਪ ਰਹਿਤ, ਥਾਟਲੈਸ, ਖਿਆਲਾਂ ਤੋਂ ਰਹਿਤ ਹੋਣ ਵਿੱਚ ਹੈ। ਸੰਕਲਪ ਰਹਿਤ ਹੋਣਾ ਸਭ ਤੋਂ ਉੱਚੇ ਪ੍ਰਕਾਰ ਦਾ ਧਿਆਨ ਯੋਗ ਹੈ। ਸਵਾਮੀ ਸ਼ੰਕਰਾਚਾਰਜ ਜਦੋਂ ਮਨ ਨਿਰ ਇੱਛਾ ਅਤੇ ਸੰਕਲਪ ਰਹਿਤ ਹੋ ਜਾਂਦਾ ਹੈ ਅਤੇ ਆਤਮਾ ਚਮਕ ਉੱਠਦਾ ਹੈ। ਕਿਉਂਕਿ ਮਹਾਂਪੁਰਖਾਂ ਨੇ ਆਪੋ ਆਪਣੇ ਅਨੁਭਵ ਦੱਸੇ ਨਾ, ਤਾਂ ਆਤਮਾ ਚਮਕ ਉੱਠਦਾ ਹੈ ਅਤੇ ਅਮਰ ਸ਼ਾਂਤੀ ਅਤੇ ਆਨੰਦ ਦੀ ਵਰਖਾ ਕਰਦਾ ਹੈ। ਸੰਕਲਪਾਂ ਦਾ ਤਿਆਗ ਹੀ ਮੋਕਸ਼ ਹੈ। ਮੁਕਤੀ ਕੀ ਹੈ? ਜਿਹੜਾ ਫੁਰਨੇ ਖਤਮ ਹੋ ਜਾਣੇ। ਇਸ ਲਈ ਵਿਅਰਥੀ ਕਿਉਂ ਬਾਹਰ ਵਸਤੂਆਂ 'ਚ ਸੁੱਖ ਲੱਭਦੇ ਹੋ? ਆਪਣੇ ਅੰਦਰ ਆਤਮਾ ਵਿੱਚ ਹੀ ਸੁੱਖ ਦੀ ਖੋਜ ਕਰੋ ਅਤੇ ਮਨ ਨੂੰ ਸੰਕਲਪ ਰਹਿਤ ਕਰੋ। ਸੰਸਾਰ ਵੀ ਇੱਕ ਸੰਕਲਪ
ਜਾਂ ਖਿਆਲ ਮਾਤਰ ਹੈ। ਜਦੋਂ ਮਨ ਸੋਚਣਾ ਬੰਦ ਕਰ ਦਿੰਦਾ ਹੈ, ਸੰਸਾਰ ਲੁਪਤ ਹੋ ਜਾਂਦਾ ਹੈ। ਕਿਉਂਕਿ ਜਦੋਂ ਮਨ 'ਚੋਂ ਸਭ ਸਕਲਪ ਤਿਆਗ ਦਿੱਤੇ ਜਾਣ, ਉਹ ਆਦਮੀ ਯੋਗ ਸਥਿਤ ਹੋ ਜਾਂਦਾ, ਉਹ ਜੁੜ ਜਾਂਦਾ ਫਿਰ ਮਾਲਕ। ਇਸ ਲਈ ਜਦੋਂ ਮਨ ਵਿੱਚ ਕੋਈ ਸਕਲਪ ਉੱਠੇ, ਉਹਨੂੰ ਤੁਰੰਤ ਦਵਾ ਦਿਓ, ਉਹਨੂੰ ਫਿਰ ਖਤਮ ਕਰੋ। ਜਿਹਦੇ ਮਗਰ ਦੌੜੇ, ਇਸ ਨੇ ਫਿਰ ਭਟਕਾਈ ਜਾਣਾ। ਉਹ ਸੰਤ ਰਹਿੰਦੇ ਸੀ ਜੰਗਲ 'ਚ, ਅਤੇ ਕੋਈ ਆ ਗਿਆ, ਲਓ ਮਹਾਰਾਜ ਆਪਾਂ ਤੀਰਥ ਯਾਤਰਾ ਕਰੇ ਹੀ ਹੈ। ਸੰਤ ਕਹਿੰਦੇ ਕੱਲ੍ਹ ਨੂੰ ਚੱਲਾਂਗੇ। ਉਹ ਜਿਸ ਵੇਲੇ ਕੱਲ੍ਹ ਆਇਆ, ਚਲੋ ਮਹਾਰਾਜ ਚੱਲੀਏ। ਅੱਗੇ ਕੁਟੀਆ ਦਾ ਮੂੰਹ ਇੱਧਰਲੇ ਪਾਸੇ ਸੀ, ਦੂਏ ਦਿਨ ਇਹਨੂੰ ਕੱਢਤਾ। ਕਹਿੰਦੇ ਮਹਾਰਾਜ ਚੱਲੀਏ, ਕਹਿੰਦੇ ਆਹ ਹੀ ਸੀ ਹੈਂ, ਬਸ ਠੀਕ ਹੈ। ਇਸ ਕਰਕੇ ਇਹ ਹੈ, ਉਹ ਸੰਤ ਜਾਂਦਾ ਸੀ ਅਤੇ ਹਨੇਰੀ ਚੱਲਦੀ ਸੀ, ਉਹ ਜਟਾਂ ਵਾਲਾ ਸੀ ਮੂੰਹ 'ਚ ਪੈਣ ਹੈਂ। ਉਹ ਕਹਿੰਦਾ ਵੀ ਇਹਨੂੰ ਕੱਲ੍ਹ ਜਾਈ ਜਾਣਾ। ਉਹ ਦੂਏ ਪਾਸੇ ਤੁਰ ਪਿਆ, ਇੱਧਰ ਕਿਹੜਾ ਮਾਸੀ ਦਾ ਪਿੰਡ ਆ ਵੀ ਹੁਣ ਜਟਾਂ ਪਿੱਛੇ ਨੂੰ ਜਾਣਗੀਆਂ, ਮੂੰਹ 'ਤੇ ਨਹੀਂ ਪੈਣਗੀਆਂ। ਫੁਰਨਾ ਹੀ ਦੁੱਖ ਦਿੰਦਾ। ਜਿਹੜੇ ਫੁਰਨਾ ਛੱਡ ਦਿਓ ਅਤੇ ਸੁੱਖ ਹੋ ਜਾਂਦਾ। ਉਹ ਜਿਹੜੇ ਫੁਰਨਾ ਆਉਂਦਾ, ਇੱਕ ਤੋਂ ਦੂਆ, ਦੂਏ ਤੋਂ ਤੀਆ, ਤੀਏ ਤੋਂ ਚੌਥਾ, ਫਿਰ ਮਨ ਭਟਕ ਜਾਂਦਾ, ਅਸ਼ਾਂਤ ਹੋ ਜਾਂਦਾ ਹੈ। ਇੱਛਾ ਤ੍ਰਿਸ਼ਨਾ, ਜਦੋਂ ਮਨ ਵਿੱਚ ਕੋਈ ਸਕਲਪ ਉੱਠਦਾ ਹੈ ਅਤੇ ਮਨ ਚੰਚਲ ਹੋ ਜਾਂਦਾ, ਅਤੇ ਜਿਸ ਵਸਤੂ ਦਾ ਮਨ ਵਿੱਚ ਖਿਆਲ ਆਉਂਦਾ ਹੈ, ਉਸ ਨੂੰ ਲੈਣ ਲਈ ਮਨ ਭੱਜਦਾ ਹੈ। ਅਰਥਾਤ ਉਸ ਨੂੰ ਲੈਣ ਲਈ ਮਨ ਵਿੱਚ ਚਾਹਨਾ ਪੈਦਾ ਹੋ ਜਾਂਦੀ ਹੈ। ਇਹ ਕਿਸੇ ਵਸਤੂ ਨੂੰ ਪ੍ਰਾਪਤ ਕਰਨ ਦੀ ਚਾਹਨਾ ਹੀ ਇੱਛਾ ਹੈ, ਅਤੇ ਮਨ ਉਦੋਂ ਤੱਕ ਆਰਾਮ ਨਹੀਂ ਲੈਂਦਾ ਜਦੋਂ ਵਸਤੂ ਉਸ ਨੂੰ ਪ੍ਰਾਪਤ ਨਹੀਂ ਹੋ ਜਾਂਦੀ। ਜਦੋਂ ਪ੍ਰਾਪਤ ਹੋਣ ਦੇ ਪਛਾਤ ਪਿੱਛੋਂ ਉਹ ਵਸਤੂ ਭੋਗ ਲਈ ਜਾਂਦੀ ਹੈ, ਤਾਂ ਉਸ ਵਸਤੂ ਲਈ ਮਨ ਵਿੱਚ ਤ੍ਰਿਸ਼ਨਾ ਪੈਦਾ ਹੋ ਜਾਂਦੀ। ਅਰਥਾਤ ਇਸ ਭੋਗੀ ਹੋਈ ਵਸਤੂ ਨੂੰ ਫਿਰ ਭੋਗਣ ਦੀ ਹਾਂਜੀ ਪਰਵਿਲ ਇੱਛਾ ਬਣੀ ਰਹਿੰਦੀ ਹੈ, ਜਿਹਨੂੰ ਤ੍ਰਿਸ਼ਨਾ ਕਹਿੰਦੇ। ਤ੍ਰਿਸ਼ ਮੈਨੇ ਪਿਆਸ, ਜਿਹੜੀ ਪਿਆਸ ਬੁਝੇ ਹੀ ਨਾ, ਉਹਦਾ ਨਹੀਂ ਤ੍ਰਿਸ਼ਨਾ ਨਾ। ਤ੍ਰਿਸ਼ਨਾ ਬੜੀ ਬਲਵਾਨ ਹੁੰਦੀ ਹੈ, ਇਹੀ ਬੰਧਨ ਦਾ ਕਾਰਨ ਹੈ। ਇਹ ਤਾਂ ਇੱਕ ਪ੍ਰਕਾਰ ਦਾ ਮਗਰਮੱਛ ਹੈ, ਜੋ ਭਵ ਸਾਗਰ ਦੇ ਯਾਤਰੀ ਨੂੰ ਗਰਦਨ ਤੋਂ ਫੜ ਕੇ ਹਾਂਜੀ ਆਪਣੇ ਫੜ ਕੇ ਖਾ ਜਾਂਦਾ ਹੈ। ਕਾਮ ਦਾ ਤਾਂ ਪੇਟ ਹੀ ਨਹੀਂ ਭਰਦਾ, ਇਸ ਲਈ ਕ੍ਰੋਧ ਅਤੇ ਲੋਭ ਪੈਦਾ ਹੁੰਦੇ ਹੈ। ਇਹ ਤਿੰਨੇ ਹੀ ਨਰਕ ਦੇ ਦੁਆਰ ਆ। ਇਹ ਤ੍ਰਿਸ਼ਨਾ ਹੀ ਮਨ ਨੂੰ ਭਟਕਾਉਂਦੀ ਹੈ। ਮਨੁੱਖ ਬੁੱਢਾ ਹੋ ਜਾਂਦਾ, ਪਰ ਇਹ ਬੁੱਢੀ ਨਹੀਂ ਹੁੰਦੀ। ਤ੍ਰਿਸ਼ਨਾ ਹੀ ਰੱਸੀ ਨੇ ਸਾਨੂੰ ਬੰਨ੍ਹ ਹੈ। ਤ੍ਰਿਸ਼ਨਾ ਰੂਪੀ ਰੱਸੀ ਨੇ ਸੰਸਾਰ ਬੱਝਿਆ ਨਾ ਹੈਂ। ਭਗਤ ਕਬੀਰ ਕਹਿੰਦੇ, ਕਾਲੋ ਪ੍ਰੇਮੀ ਆਏ ਆਪਣੇ ਅੰਮ੍ਰਿਤਸਰੋਂ, ਉਹ ਬੀਬੀ ਨੂੰ ਛੱਡ ਕੇ ਅਤੇ ਲੜਕੀ ਸੀ, ਹੋਰ ਵਿਆਹ ਕਰਾ ਲਿਆ। ਅੱਛਾ, ਉਹ ਫਿਰ ਵਿਚਾਰੀ ਆਪਣੇ ਪੇਕਿਆਂ ਦੇ ਰਹਿੰਦੀ ਹੈ, ਅਤੇ ਉਹ ਜਿੱਥੇ ਮਾਈ ਹੈ 58 ਕਿੱਲੇ ਜ਼ਮੀਨ ਆ, ਅਤੇ ਉਹ ਪੋਤੇ ਆ ਜਿਹੜੇ ਪਾਣੀ ਨਹੀਂ ਦਿੰਦੇ। ਉਹ ਮਾਤਾ ਪੜ੍ਹਾਉਂਦੀ ਰਹੀ ਹੈ, ਉਹਦੇ ਨਾਲ ਗੁਜ਼ਾਰਾ ਕਰਦੇ ਆ। ਆਹ ਕੁਛ ਇੰਨੀ ਜਾਇਦਾਦ ਆ, ਫਿਰ ਵੀ ਹੈ ਨਹੀਂ। ਸੋ ਇਸ ਕਰਕੇ ਇਹ ਹੈ ਵੀ ਸੰਸਾਰ ਹਾਂਜੀ 58 ਕਿੱਲੇ ਦੇਤੇ ਆ ਮਾਈ ਨੇ ਹੈਂ, ਸਬਰ ਨਹੀਂ ਇਹ ਸਾਰਾ ਆਪਣੇ ਢਿੱਡ 'ਚ ਪਾ ਲਾਂ, ਅਤੇ ਜਿਹਨੇ ਦਿੱਤੇ ਆ ਉਹਦੇ ਲਈ 2 ਰੋਟੀਆਂ ਨੇ। ਇੱਥੇ ਉਹ ਪ੍ਰੇਮੀ ਆ, ਉਹ ਆ ਗਿਆ, ਕਹਿੰਦਾ ਕਰੋੜ ਰੁਪਇਆ ਪੁੱਤ ਨੂੰ ਦਿੰਦਾ, ਕਰੋੜ ਮੇਰੇ ਕੋਲ ਆ। ਘਰ ਵਾਲੀ ਦੇ ਮੁੰਡਾ ਰੋਜ਼ ਕੁੱਟਦੇ ਆ, ਅਤੇ ਮੈਨੂੰ ਦੱਸੋ ਮੈਂ ਕਿਸੇ ਬਿਰਧ ਆਸ਼ਰਮ ਦਿਨ ਕੱਟ ਲਵਾਂ। ਆਹ ਸੰਸਾਰ ਆ, ਮਾਇਆ ਨਾਲ ਸੁੱਖ ਹੈਗਾ। ਸੁੱਖ ਜਿਹੜਾ ਆ, ਸੁੱਖ ਨਹੀਂ ਰੇ ਹਰ ਭਗਤ ਬਿਨਾ, ਜੀਤ ਜਨਮੇ ਰਤਨ ਮੂਲਕ, ਸਾਧ ਸੰਗਤ ਜਪ ਇੱਕ ਖਿਨਾ। ਹਾਂਜੀ, ਏਕ ਪਲਕ ਸੁੱਖ ਸਾਧ ਸਮੂਹ, ਕੋਟ ਬਕੁੰਠ ਹੈ ਪਾਏ। ਜਿਹੜਾ ਸਾਧੂਆਂ ਦੀ ਸੰਗਤ ਦਾ ਇੱਕ ਪਲਕ ਮਾਤਰ ਸੁੱਖ ਆ, ਕਰੋੜਾਂ ਬਕੁੰਠਾਂ ਦੇ ਬਰਾਬਰ ਹੈ। ਠੀਕ ਹੈ ਨਾ। ਇਹ ਆ ਜਿਹੜਾ ਸੰਗਤ ਦਾ ਸੁੱਖ ਹੈ। ਮਾਇਆ ਮਰੀ ਨਾ ਮਨ ਮਰਾਂ, ਮਰ ਮਰ ਗਏ ਸਰੀਰ ਨਾ। ਕਹਿੰਦੇ ਮਾਇਆ ਦੀ ਇੱਛਾ ਮਰੀ ਨਾ ਮਨ ਮਰਿਆ, ਮਰ ਮਰ ਕੇ ਸਰੀਰ ਚਲ ਗਿਆ। ਇਕੱਠੇ ਕਰਦੇ ਕਰਦੇ ਤੁਰ ਗਏ। ਉਹ ਜਦੋਂ ਫੂਕ ਨਿਕਲ ਗਈ, ਸਾਰਾ ਕੁਆੜਖਾਨਾ ਇੱਥੇ ਰਹਿ ਜਾਣਾ। ਆਸ਼ਾ ਤ੍ਰਿਸ਼ਨਾ ਨਾਮ ਵੀ ਕਹਿ ਗਿਆ ਭਗਤ ਵੀ, ਨਾ ਆਸਾ ਮਰੀ ਨਾ ਤ੍ਰਿਸ਼ਨਾ ਮਰੀ। ਭਗਤ ਜੀ ਦੱਸ ਗਏ, ਸਾਵਧਾਨ ਕਰ ਜਾਂਦੇ ਮਹਾਂਪੁਰਖ। ਜਿਹਦਾ ਕੋਈ ਕਰਮ ਜਾਗਦਾ ਵਚਨ ਮੰਨ ਲੈਂਦਾ, ਨਹੀਂ ਤਾਂ ਫਿਰ ਭਟਕਦਾ ਫਿਰਦਾ। ਅਧਿਆਤਮਕ ਆਨੰਦ ਦੇ ਅਭਾਵ ਦੇ ਕਾਰਨ ਹੀ ਮਨ ਵਿੱਚ ਇੱਛਾ ਪੈਦਾ ਹੁੰਦੀ ਹੈ। ਇੱਛਾਵਾਂ ਅਸੰਖ ਹੈ ਅਤੇ ਪੂਰੀਆਂ ਨਹੀਂ ਹੋ ਸਕਦੀਆਂ। ਤੁਸੀਂ ਚਾਹੇ ਬੁੱਢੇ ਹੋ ਜਾਓ, ਪਰ ਮਨ ਸਦਾ ਜਵਾਨ ਬਣਿਆ ਰਹਿੰਦਾ ਹੈ। ਮਨ ਹੀ ਮਨੁੱਖ ਨੂੰ ਧਨੀ ਅਤੇ ਨਿਰਧਨ ਬਣਾਉਂਦਾ ਹੈ। ਇੱਛਾ ਰਹਿਤ ਮਨੁੱਖ ਸੰਸਾਰ ਸਭ ਤੋਂ ਧਨੀ ਹੁੰਦਾ ਹੈ।
ਮਨੋਚ ਜਮਾ ਇੱਛਾ, ਮਨੋਚ ਪਰ ਮਨੋਚ ਇੱਛਾ। ਹਾਂਜੀ, ਇਸ ਕਰਕੇ ਕਹਿੰਦੇ ਆ ਕਿ ਇੱਛਾ ਤੋਂ ਰਹਿਤ ਹੋਣਾ ਹੀ ਪਰਮਾਤਮਾ। ਅਸੀਂ ਇੱਛਾਵਾਂ ਦੇ ਕਾਰਨ ਭਿਖਾਰੀਆਂ ਦੇ ਭਿਖਾਰੀ ਬਣ ਗਏ। ਹੁਣ ਜਾ ਕੇ ਬਾਹਰਲੇ ਦੇਸ਼ਾਂ 'ਚ ਕਿਵੇਂ ਉੱਥੇ ਉਹਨਾਂ ਦੇ ਅਧੀਨ ਹੁੰਦੇ ਆ, ਉਹ ਗੋਰੇ ਅੰਗਰੇਜ਼ੀ ਗਾਲਾਂ ਕੱਢਦੇ ਆ, ਉਹ ਵੀ ਸੁਣਨੀਆਂ ਪੈਂਦੀਆਂ। ਸੋ ਇਸ ਵਾਸਤੇ ਤੇ ਨਖਿੱਧ ਜਿਹੜੇ ਧੰਦੇ ਜਾ ਕਰਦੇ ਆ ਹੋਟਲਾਂ ਦੇ ਵਿੱਚ। ਹਾਂਜੀ, ਮੀਟ ਸ਼ਰਾਬਾਂ ਦੇ ਤੰਬਾਕੂ ਭਾਂਡੇ ਜਾ ਸਾਫ਼ ਕਰਦੇ ਆ। ਕਹਿੰਦੇ ਇੱਛਾ ਬੰਦੇ ਨੂੰ ਭਿਖਾਰੀ ਬਣਾ ਦਿੰਦੀ, ਭਿਖਾਰੀ ਬਣ ਗਿਆ। ਕਾਮ ਦਾ ਪੇਟ ਨਹੀਂ ਭਰਦਾ, ਇੱਛਾ ਦਾ ਪੂਰਨ ਕਰਨਾ। ਜਿਵੇਂ ਅੱਗ ਤੇ ਘਿਓ ਜਾਂ ਤੇਲ ਪਾਉਣਾ, ਜਿੰਨਾ ਪਾਓਗੇ ਜ਼ਿਆਦਾ ਮਚੂਗੀ ਨਾ, ਜਿੰਨੇ ਫੁਰਨੇ ਕਰੋ ਜ਼ਿਆਦਾ। ਜੇਕਰ ਈਂਧਨ ਪਾਉਣਾ ਬੰਦ ਕਰੋਗੇ ਤਾਂ ਕਾਮ ਰੂਪੀ ਅੱਗ ਬੁਝ ਜਾਏਗੀ। ਲੱਕੜਾਂ ਨਹੀਂ ਪਾਓਗੇ ਅੱਗ ਬੁਝੂਗੀ ਅਤੇ ਮਨ ਬ੍ਰਹਮ ਚ ਲੀਨ ਹੋ ਜਾਏਗਾ। ਵਿਸ਼ੇ ਭੋਗਣ ਨਾਲ ਤ੍ਰਿਪਤੀ ਨਹੀਂ ਹੁੰਦੀ, ਬਲਕਿ ਇਹਨਾਂ ਭੋਗਾਂ ਦੀ ਤ੍ਰਿਸ਼ਨਾ ਹੋਰ ਬਲਵਾਨ ਹੋ ਜਾਂਦੀ ਹੈ। ਰਾਜਾ ਜਜਾਤੀ ਨੇ ਆਪਣੇ ਪੁੱਤਰ ਕੋਲੋਂ ਹਜ਼ਾਰਾਂ ਬਰਸ ਦੀ ਜਵਾਨੀ ਆਧਾਰ ਲੈ ਲਈ, ਪਰ ਅੰਤ ਵਿੱਚ ਰਾਜਾ ਨੇ ਕਿਹਾ, ਸ਼ੋਕ ਮੈਂ ਕਿੰਨਾ ਮੂਰਖ ਹਾਂ, ਮੇਰੀ ਭੋਗਾਂ ਦੀ ਇੱਛਾ ਵੱਧਦੀ ਜਾਂਦੀ ਹੈ। ਇਸ ਲਈ ਬਰਾਗ ਤੇ ਤਿਆਗ ਦੀ ਇੱਛਾ ਦਾ ਅੰਤ ਹਾਂਜੀ ਹੋ ਸਕਦਾ ਹੈ ਅਤੇ ਸ਼ਾਂਤੀ ਮਿਲ ਸਕਦੀ ਹੈ, ਨਾ ਕਿ ਭੋਗਾਂ ਨੂੰ ਭੋਗਣ ਨੂੰ। ਹਾਂਜੀ, ਹੁਣ ਆਪਣੀ ਉਮਰ ਲਈ ਪਰ ਮਨ ਸ਼ਾਂਤ ਨਹੀਂ ਹੋਇਆ ਅਖੀਰ ਰੋਂਦਾ ਦੁਨੀਆ ਤੋਂ ਚਲੇ ਗਿਆ। ਮੁਹੰਮਦ ਗਜ਼ਨਵੀ ਵੀ 17 ਹਮਲੇ ਕੀਤੇ, ਲੁੱਟ ਕੇ ਲੈ ਗਿਆ। ਇਹ ਹਿੰਦੂ ਜਿਹੜੇ ਇਹ ਮੰਦਰਾਂ 'ਚ ਸੋਨੇ ਹੀਰੇ ਰੱਖੀ ਜਾਂਦੇ ਸੀ, ਅਤੇ ਉਹਦਾ ਮੂੰਹ ਪੈ ਗਿਆ ਵੀ ਇਹਨਾਂ ਨੂੰ ਇੱਥੋਂ ਹੀ ਮਿਲਦਾ। ਉਹ ਜਿਲੇ ਹੋਇਆ ਮਾਰਨ ਦਾ ਟਾਈਮ, ਅਤੇ ਊਠਾਂ ਦੇ ਉੱਤੇ ਚਾਬੀਆਂ ਲਾਦੇ ਸੀ ਉਹਦੇ ਖਜ਼ਾਨੇ ਨੂੰ, ਇੰਨਾ ਮਾਲ। ਅਤੇ ਦੇਖ ਕੇ ਸਾਰੇ ਖੜੇ ਰੋਂਦਾ। ਕਹਿੰਦੇ ਕੀ ਗੱਲ, ਤੂੰ ਤਾਂ ਬੜੇ ਦਲੇਰ ਸੀਗੇ। ਕਹਿੰਦੇ ਸਾਰੀ ਉਮਰ ਰੋੜੇ ਇਕੱਠੇ ਕਰੀ ਗਿਆ, ਖੁਦਾ ਦੀ ਬੰਦਗੀ ਨਹੀਂ ਕੀਤੀ। ਰੋਂਦਾ ਗਿਆ। ਬੰਧਨ ਦੀ ਜੰਜੀਰ ਉੱਪਰਲੀ ਹੀ ਗੱਲ ਤਾਂ ਸਾਰੇ ਹੈ ਕਿ ਜੈਸੇ ਕਰਮ ਵੈਸੇ ਸੰਸਕਾਰ। ਸੰਸਕਾਰ ਵਾਸ਼ਨਾ ਨੂੰ ਜਨਮ ਦਿੰਦੇ ਹਨ। ਜੈਸੀ ਵਾਸ਼ਨਾ ਵੈਸੇ ਮਨ ਸੰਕਲਪ ਦਾ ਵਿਚਾਰ ਉੱਠਦੇ ਹਨ। ਸੰਕਲਪ ਉੱਠਦੇ ਮਨ ਚੰਚਲ ਹੋ ਜਾਂਦਾ ਹੈ, ਅਤੇ ਜਿਸ ਵਸਤੂ ਦਾ ਮਨ ਸੰਕਲਪ ਹੁੰਦਾ ਹੈ ਉਸ ਤੋਂ ਵਸਤੂ ਨੂੰ ਲੈਣ ਦੀ ਮਨ ਚਾਹਨਾ ਹੋ ਜਾਂਦੀ ਹੈ, ਜਿਹਨੂੰ ਇੱਛਾ ਕਹਿੰਦੇ ਹਨ। ਅਤੇ ਜਦੋਂ ਵਸਤੂ ਨੂੰ ਪ੍ਰਾਪਤ ਕਰਕੇ ਉਸ ਨੂੰ ਭੋਗ ਲਿਆ ਜਾਂਦਾ ਹੈ ਤਾਂ ਉਸ ਨੂੰ ਫੇਰ ਭੋਗਣ ਦੀ ਮਨ 'ਚ ਪਰਵਿਲ ਇੱਛਾ ਪੈਦਾ ਹੋ ਜਾਂਦੀ ਹੈ, ਜਿਹਨੂੰ ਤ੍ਰਿਸ਼ਨਾ ਕਹਿੰਦੇ ਹਨ। ਇਹ ਤ੍ਰਿਸ਼ਨਾ ਹੀ ਬੰਧਨ ਦਾ ਕਾਰਨ ਹੈ। ਬੀਜ ਤੋਂ ਰੁੱਖ ਬਣ ਜਾਂਦਾ ਹੈ ਅਤੇ ਫਿਰ ਰੁੱਖ ਤੋਂ ਬੀਜ, ਜਿਵੇਂ ਸਮੁੰਦਰ ਤੋਂ ਬੱਦਲ ਬਣਦੇ ਹਨ, ਬੱਦਲ ਤੋਂ ਫਿਰ ਕਹਿੰਦੇ ਜਲ ਬਣ ਕੇ ਸਮੁੰਦਰ ਵਿੱਚ ਚਲਾ ਜਾਂਦਾ ਹੈ। ਅਤੇ ਜਨਮ ਮਰਨ ਚੱਕਰ ਉਦੋਂ ਤੱਕ ਨਹੀਂ ਟੁੱਟਦਾ ਜਦੋਂ ਤ੍ਰਿਸ਼ਨਾ ਦਾ ਨਾਸ਼ ਨਾ ਕੀਤਾ ਜਾਵੇ। ਦੂਸਰੇ ਸ਼ਬਦਾਂ ਅਸੀਂ ਇਹ ਕਹਿ ਸਕਦੇ ਹਾਂ, ਮਨ ਇੱਕ ਨਦੀ ਹੈ, ਸੰਸਾਰ ਇਸ ਦਾ ਤਲ ਹੈ। ਇਸ ਤਲ ਵਿੱਚ ਵਾਸ਼ਨਾ ਰੂਪੀ ਜਲ ਭਰਿਆ ਹੋਇਆ ਹੈ, ਅਤੇ ਇਸ ਵਾਸ਼ਨਾ ਪਾਣੀ ਵਿੱਚ ਸੰਕਲਪ ਰੂਪੀ ਲਹਿਰਾਂ ਉੱਠਦੀਆਂ ਹਨ। ਸੰਕਲਪ ਇੱਛਾ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸ ਪਰ ਵਾਸ਼ਨਾ ਰੂਪੀ ਬੀਜ ਨਾਲ ਤ੍ਰਿਸ਼ਨਾ ਰੂਪੀ ਰੁੱਖ ਬਣ ਜਾਂਦਾ ਹੈ। ਇਸ ਨੂੰ ਕੱਟਣਾ ਬੜਾ ਕਠਿਨ ਹੋ ਜਾਂਦਾ ਹੈ। ਇਸ ਲਈ ਜਿਸ ਤਰ੍ਹਾਂ ਦੇ ਸੰਸਕਾਰ ਵੈਸੇ ਹੀ ਵਿਚਾਰ ਹੋਣਗੇ। ਜਿਹੋ ਜਿਹਾ ਕਿਸੇ ਦੇ ਅੰਦਰ ਖਿਆਲ ਹੈ ਨਾ, ਅਤੇ ਉਹੋ ਜਿਹਾ ਉਹਦੇ ਵਿਚਾਰ ਬਣ ਜਾਂਦੇ। ਹੁਣ ਸ਼ਰਾਬੀ ਹੈ, ਸ਼ਰਾਬ ਦੀਆਂ ਗੱਲਾਂ ਕਰੂਗਾ, ਫੀਮੀ ਫੀਮ ਦੀਆਂ ਕਰੂਗਾ, ਭੰਗੀ ਭੰਗਤ ਦੀਆਂ ਕਰੂਗਾ। ਡਡਈ ਆ ਚਿੱਟੇ ਵਾਲੇ, ਉਹਨੇ ਉਹੋ ਜਿਹੇ ਬੰਦੇ ਲੱਜਣੇ। ਜਿਹੜੇ ਬਲੈਕ ਹੀ ਉਹ ਬਲੈਕ ਦੀਆਂ ਗੱਲਾਂ ਕਰਨਗੇ। ਉਹ ਅਮਰੀਕਾ ਚਲੇ ਗਏ, ਉਹ ਜਾਣਾ ਤਾਂ ਹੋਰ ਥਾਂ, ਜੋ ਲੈ ਗਿਆ ਹੋਰ ਥਾਂ। ਜਿਲੇ ਗਏ ਉਹ ਜਿਉਂ ਲੱਗੇ ਗੱਲਾਂ ਕਰਨ ਇੱਧਰ ਉੱਧਰ ਨੂੰ। ਮੈਂ ਕਿਹਾ ਇੱਥੇ ਕਿੱਥੇ ਲਿਆ ਕੇ ਸਾਨੂੰ ਬਾਲ ਦਿੱਤਾ। ਉਹਨਾਂ ਨੂੰ ਮੈਂ ਕੋਈ ਪਤਾ ਨਹੀਂ 10 ਮਿੰਟ ਬਹਿਣਾ ਸੀ, ਅਤੇ ਤੁਸੀਂ ਆ ਹੋਰ ਹੀ ਕਿੱਸਾ ਛੇੜ ਕੇ ਬੈਠੇ। ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਧੂ ਸੰਤ ਕੀ ਹੁੰਦੇ ਜਾਂ ਕੀ ਗੱਲ ਕਰਨੀ। ਉਹ ਮਾਇਆ ਦੇ ਕੀੜੇ ਫਿਰ ਮਾਇਆ ਦੀਆਂ ਗੱਲਾਂ ਕਰੀ ਜਾਂਦੇ। ਸੰਕਲਪ ਇੱਛਾ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸ ਪ੍ਰਕਾਰ ਵਾਸ਼ਨਾ ਰੂਪੀ ਬੀਜ ਨਾਲ ਤ੍ਰਿਸ਼ਨਾ ਰੂਪੀ ਰੁੱਖ ਬਣ ਜਾਂਦਾ ਹੈ, ਜਿਹਨੂੰ ਕੱਟਣਾ ਕਠਿਨ ਹੋ ਜਾਂਦਾ। ਇਸ ਲਈ ਜਿਸ ਤਰ੍ਹਾਂ ਦੇ ਸੰਗ ਵੈਸੇ ਵਿਚਾਰ ਹੋਣਗੇ, ਜਿਸ ਤਰ੍ਹਾਂ ਵਿਚਾਰ ਉਸ ਤਰ੍ਹਾਂ ਦੇ ਕਰਮ, ਜਿਵੇਂ ਕਰਮ ਫਿਰ ਉਸ ਤਰ੍ਹਾਂ ਦੇ ਸੰਸਕਾਰ। ਇਸ ਪ੍ਰਕਾਰ ਇਹ ਚੱਕਰ ਚੱਲਦਾ ਹੀ ਰਹਿੰਦਾ ਹੈ। ਇਹੀ ਬੰਧਨ ਦੀ ਜੰਜੀਰ ਹੈ। ਇਹਨਾਂ ਦੀ ਤੁਲਨਾ ਵਿੱਚ ਮੋਕਸ਼ ਦੇ ਸਾਧਨ ਵਿਵੇਕ, ਵਿਵੇਕ ਨਾਲ ਬਰਾਗ, ਬਰਾਗ ਨਾਲ ਤਿਆਗ, ਤਿਆਗ ਨਾਲ ਸੁਖ ਅਤੇ ਸ਼ਾਂਤੀ। ਇਸ ਦੇ ਬਾਅਦ ਗਿਆਨ, ਅਤੇ ਗਿਆਨ ਤੋਂ ਬਾਅਦ ਮੋਕਸ਼ ਮਿਲਦਾ ਹੈ। ਇਹ ਚੀਜ਼ਾਂ ਆ, ਕਿਉਂਕਿ ਇਹ ਚੀਜ਼ਾਂ ਜਿਹੜੀਆਂ
ਰੱਬ ਦੇ ਮਿਲਣ ਦਾ ਸਾਧਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।